ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 8 ਸੈਸ਼ਨ 2022-23 ਪ੍ਰੀ ਬੋਰਡ ਦਾ SST ਦਾ ਸੈਂਪਲ ਪੇਪਰ। ਜਿਨ੍ਹਾਂ ਸਟੂਡੈਂਟ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾ ਲਓ ਤਾਂ ਜੋ ਆਉਣ ਵਾਲੀ ਵੀਡੀਓ ਜਿਹੜੀ ਆ ਤੁਹਾਡੇ ਤੱਕ ਟਾਈਮ ਨਾਲ ਪਹੁੰਚ ਸਕੇ। ਜੇ ਤੁਸੀਂ ਆਪਣੇ ਵੱਲੋਂ ਮੈਨੂੰ ਕੋਈ ਐਪਰੀਸ਼ੀਏਟ ਦੇਣਾ ਚਾਹੁੰਦੇ ਹੋ ਤਾਂ ਤੁਹਾਡੇ ਵੱਲੋਂ ਦਿੱਤੇ ਗਏ ਕਮੈਂਟ ਤੇ ਲਾਈਕ ਹੀ ਮੇਰੇ ਲਈ ਐਪਰੀਸ਼ੀਏਟ ਦਾ ਕੰਮ ਕਰਦੇ ਨੇ। ਸੋ ਤੁਸੀਂ ਵੱਧ ਤੋਂ ਵੱਧ ਕਮੈਂਟ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਮੈਂ ਤੁਹਾਡੇ ਹਰ ਇੱਕ ਕਮੈਂਟ ਦਾ ਜਵਾਬ ਜਿਹੜਾ ਉਹ ਜ਼ਰੂਰ ਦਿਆ ਕਰਾਂਗਾ। ਜਿਨ੍ਹਾਂ ਸਟੂਡੈਂਟ ਨੇ ਵੀ ਲਾਸਟ ਵੀਡੀਓ ਦੇ ਵਿੱਚ ਮੇਰੇ ਲਈ ਬਹੁਤ ਜ਼ਿਆਦਾ ਕਮੈਂਟ ਕੀਤੇ ਸੀਗੇ, ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ, ਉਹਨਾਂ ਨੂੰ ਮੇਰੇ ਵੱਲੋਂ ਥੈਂਕਸ ਤੇ ਮੇਰੇ ਵੱਲੋਂ ਬਹੁਤ ਸਾਰਾ ਪਿਆਰ। ਜਿਉਂਦੇ ਵਸਦੇ ਰਹੋ, ਜਵਾਨੀਆਂ ਮਾਣੋ। ਸੋ ਚਲੋ ਜੀ, ਫਿਰ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਸਟਾਰਟ ਕਰਦੇ ਹਾਂ ਅੱਜ ਦਾ ਸੈਂਪਲ ਪੇਪਰ SST। ਫਸਟ ਕੁਐਸਚਨ ਹੈ ਜੀ ਆਪਣੇ ਕੋਲ, which pair is not a natural tool? ਕਿਹੜਾ ਜਿਹੜਾ ਸਾਧਨ ਆ ਉਹ ਕੁਦਰਤੀ ਨਹੀਂ ਹੈ। ਕੁਦਰਤੀ ਦਾ ਮੀਨਸ ਕੀ ਆ ਵੀ ਕਿਹੜੇ ਸਾਧਨ ਜਿਹੜੇ ਬੰਦੇ ਨੇ ਨਹੀਂ ਬਣਾਏ। ਦੇਖੋ ਸੋਇਲ ਐਂਡ ਲੈਂਡ ਇਹ ਵੀ ਕਿਸੇ ਬੰਦੇ ਨੇ ਨਹੀਂ ਬਣਾਇਆ, ਵਾਟਰ ਐਂਡ ਮਿਨਰਲ ਇਹ ਵੀ ਕਿਸੇ ਬੰਦੇ ਨੇ ਨਹੀਂ ਬਣਾਏ, ਮੈਨ ਐਂਡ ਵਾਟਰ ਇਸ ਨੂੰ ਵੀ ਕਿਸੇ ਬੰਦੇ ਨੇ ਨਹੀਂ ਬਣਾਇਆ। ਤਾਂ ਬਣਾਇਆ ਕਿਸ ਨੂੰ ਹੈ ਫਿਰ? ਰੇਡੀਓ ਐਂਡ ਟੀਵੀ। ਠੀਕ ਹੈ ਜੀ, ਰੇਡੀਓ ਐਂਡ ਟੀਵੀ ਜਿਹੜੇ ਨੇ ਇਹ ਖੁਦ ਇੱਥੇ ਮਨੁੱਖ ਨੇ ਬਣਾਏ ਨੇ, ਤਾਂ ਇਸ ਕਰਕੇ ਕੀ ਹੋਇਆ ਹੈ, ਕੁਦਰਤੀ ਸਾਧਨ ਨਹੀਂ ਹਨ। ਸੈਕਿੰਡ ਕੁਐਸਚਨ ਆਪਣੇ ਕੋਲ, which is not a natural source of water? ਕਿ ਨੀਚੇ ਲਿਖਿਆਂ ਵਿੱਚੋਂ ਕਿਹੜਾ ਜਿਹੜਾ ਹੈ ਉਹ ਵਾਟਰ ਦਾ ਨੈਚੁਰਲ ਸੋਰਸ ਨਹੀਂ ਹੈ। ਦੇਖੋ ਰੇਨਫਾਲ ਵੀ ਨੈਚੁਰਲ ਸੋਰਸ ਹੈ, ਵਾਟਰ ਟੈਂਕ ਵੀ, ਰਿਵਰ ਵੀ ਆਪਣੇ ਕੋਲ ਨੈਚੁਰਲ ਸੋਰਸ ਨੇ, ਗਰਾਊਂਡ ਵਾਟਰ ਵੀ ਨੈਚੁਰਲ ਸੋਰਸ ਹੈ। ਆਨਸਰ ਕੀ ਹੈ ਆਪਣੇ ਕੋਲ? ਵਾਟਰ ਟੈਂਕ ਨੈਚੁਰਲ ਸੋਰਸ ਨਹੀਂ ਹੈ। ਥਰਡ ਕੁਐਸਚਨ ਇਜ਼ which crop is not a grain? ਕਹਿੰਦੇ ਕਿਹੜੀ ਫਸਲ ਜਿਹੜੀ ਆ ਉਹ ਅਨਾਜ ਦਾ ਰੂਪ ਨਹੀਂ ਹੈ, ਗ੍ਰੇਨ ਦਾ ਰੂਪ ਨਹੀਂ ਹੈ। ਦੇਖੋ ਪੈਡੀ ਮੀਨਸ ਕੀ ਹੁੰਦਾ? ਝੋਨਾ ਜਾਂ ਇਸ ਨੂੰ ਚਾਵਲ ਕਹਿ ਦਿੰਦੇ ਆ ਅਸੀਂ, ਇਹ ਵੀ ਅਨਾਜ ਦਾ ਰੂਪ ਨੇ। ਵੀਟ ਜਿਸ ਨੂੰ ਅਸੀਂ ਕਣਕ ਕਹਿ ਦਿੰਦੇ ਆ ਇਹ ਵੀ ਗ੍ਰੇਨ ਦਾ ਇੱਕ ਰੂਪ ਹੈ। ਮੇਜ਼ ਜਿਸ ਨੂੰ ਅਸੀਂ ਮੱਕੀ ਕਹਿ ਦਿੰਦੇ ਆ ਇਹ ਵੀ ਗ੍ਰੇਨ ਹੈ। ਤਾਂ ਬਚਿਆ ਕਿ ਸਾਡੇ ਕੋਲ ਫਿਰ ਆਪਸ਼ਨ ਨੰਬਰ ਸੀ, ਪਟਸਨ। ਪਟਸਨ ਦੀ ਜਿਹੜੀ ਫਸਲ ਹੈ ਇਹ ਅਨਾਜ ਨਹੀਂ ਹੈ। ਦੇਖੋ ਸਟੂਡੈਂਟ ਇੱਥੇ ਤੁਸੀਂ ਕੁਐਸਚਨ ਜਿਹੜੇ ਨੇ ਬਹੁਤ ਹੀ ਧਿਆਨ ਨਾਲ ਪੜ੍ਹਨੇ ਨੇ। ਜਿਵੇਂ ਇੱਥੇ ਸਾਡੇ ਕੋਲ ਕੁਐਸਚਨ ਆਇਆ ਸੀਗਾ which crop is not a grain, ਠੀਕ ਹੈ ਜੀ। ਅੱਗੇ ਫਿਰ ਕੁਐਸਚਨ ਆ ਜਾਂਦਾ which disaster is natural? ਦੇਖੋ not and ਹੈ ਜਾਂ ਨਹੀਂ ਹੈ, ਇਸ ਗੱਲ ਦਾ ਤੁਸੀਂ ਬਹੁਤ ਧਿਆਨ ਰੱਖਣਾ। ਫੋਰਥ ਨੰਬਰ ਤੇ ਕੁਐਸਚਨ ਆਪਣੇ ਕੋਲ which disaster is natural? ਕਿਹੜੀ ਜਿਹੜੀ ਆਫਤ ਆ ਉਹ ਕੁਦਰਤੀ ਹੈ। ਦੇਖੋ ਵਾਰ ਜਿਹੜਾ ਇਹ ਵੀ ਨੈਚੁਰਲ ਡਿਸਾਸਟਰ ਨਹੀਂ ਹੈ, ਇੰਡਸਟਰੀਅਲ ਐਕਸੀਡੈਂਟ ਇਹ ਵੀ ਨਹੀਂ ਹੈ, ਟੈਰਰਿਜ਼ਮ ਵੀ ਨਹੀਂ। ਤਾਂ ਫਿਰ ਆਨਸਰ ਕੀ ਹੈ ਸਾਡੇ ਕੋਲ? ਸੁਨਾਮੀ। ਇਹ ਕੀ ਆ? ਨੈਚੁਰਲ ਡਿਸਾਸਟਰ ਹੈ। ਇਸ ਤੋਂ ਇਲਾਵਾ ਅਰਥਕੁਏਕ ਹੋ ਗਿਆ, ਫਲੱਡ ਹੋ ਗਿਆ, ਡਰਾਟ ਹੋ ਗਿਆ, ਡਰਾਟ ਮੀਨਸ ਸੋਕਾ, ਇਹ ਸਾਰੇ ਕੀ ਨੇ? ਨੈਚੁਰਲ ਡਿਸਾਸਟਰ ਨੇ। ਫਿਫਥ ਨੰਬਰ ਤੇ ਕੁਐਸਚਨ ਹੈ ਜੀ which element is not a source of energy? ਕਹਿੰਦੇ ਕਿਹੜਾ ਐਲੀਮੈਂਟ ਜਿਹੜਾ ਹੈ ਉਹ એનર્ਜੀ ਦਾ ਸੋਰਸ ਨਹੀਂ ਹੈ। ਇਹ ਤੁਸੀਂ ਗੱਲ ਦਾ ਬਹੁਤ ਧਿਆਨ ਰੱਖਣਾ ਹਮੇਸ਼ਾ। ਦੇਖੋ ਕੋਲ ਜਿਹੜਾ ਇਹ ਵੀ ਸੋਰਸ ਆਫ એનર્ਜੀ ਹੈ, ਨੈਚੁਰਲ ਗੈਸ ਵੀ ਸੋਰਸ ਆਫ એનર્ਜੀ ਹੈ, ਪੈਟਰੋਲੀਅਮ ਵੀ ਸੋਰਸ ਆਫ એનર્ਜੀ ਹੈ, ਪਰ ਕੀ ਆ ਆਪਣੇ ਕੋਲ ਆਇਰਨ ਜਿਹੜਾ ਹੈਗਾ ਸੋਰਸ ਆਫ એનર્ਜੀ ਨਹੀਂ ਹੈ। 6 ਨੰਬਰ ਕੁਐਸਚਨ ਹੈ ਜੀ ਆਪਣੇ ਕੋਲ what type of coal is best? ਕਹਿੰਦੇ ਕਿਸ ਤਰ੍ਹਾਂ ਦਾ ਜਿਹੜਾ ਕੋਲਾ ਹੈਗਾ ਉਹ ਵਧੀਆ ਹੁੰਦਾ ਹੈ, ਬੈਸਟ ਹੁੰਦਾ ਹੈ। ਤਾਂ ਆਨਸਰ ਹੈ ਜੀ ਆਪਣੇ ਕੋਲ ਐਂਥ੍ਰੋਸਾਈਡ ਜਿਹੜਾ ਕੋਲਾ ਹੈ ਉਹ ਬੈਸਟ ਹੁੰਦਾ ਹੈ, ਤੇ ਜਿਹੜਾ ਪੀਟ ਹੈ ਇਹ ਸਭ ਤੋਂ ਪੂਅਰ ਹੁੰਦਾ ਹੈ, ਯਾਨੀ ਮਾੜਾ ਹੁੰਦਾ ਹੈ। 7ਵਾਂ ਨੰਬਰ ਹੈ which instrument is not a modern instrument of history? ਕਹਿੰਦੇ ਕਿਹੜਾ ਇਨਸਟਰੂਮੈਂਟ ਜਿਹੜਾ ਹੈਗਾ ਉਹ ਹਿਸਟਰੀ ਦਾ ਯਾਨੀ ਇਤਿਹਾਸ ਦਾ ਮਾਡਰਨ ਇਨਸਟਰੂਮੈਂਟ ਨਹੀਂ ਹੈ। ਕੁਐਸਚਨ ਦਾ ਮਤਲਬ ਕੀ ਹੈ ਕਿ ਜੇ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਇਤਿਹਾਸ ਦੀ ਖੋਜ ਜਾਂ ਹਿਸਟਰੀ ਦੀ ਜਿਹੜੀ ਖੋਜ ਕਰਨੀ ਹੋਵੇ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਯੂਜ਼ ਨਹੀਂ ਕਰੋਗੇ ਜਾਂ ਨਹੀਂ ਕਰ ਸਕਦੇ। ਤਾਂ ਦੇਖੋ ਬੁੱਕਸ ਜਿਹੜੀਆਂ ਹੈਗੀਆਂ ਇਹ ਵੀ ਅੱਜ ਕੱਲ੍ਹ ਦਾ ਬਹੁਤ ਵਧੀਆ ਜਿਹੜਾ ਇਨਸਟਰੂਮੈਂਟ ਹੈ। ਗਵਰਨਮੈਂਟ ਡਾਕੂਮੈਂਟ ਵੀ ਨੇ, ਨਿਊਜ਼ਪੇਪਰ ਐਂਡ ਮੈਗਜ਼ੀਨ ਵੀ ਹੈਗਾ, ਪਰ ਆਪਣੇ ਕੋਲ ਕੀ ਬਚਿਆ ਫਿਰ? ਇਨਸਕ੍ਰਿਪਸ਼ਨ। ਇਨਸਕ੍ਰਿਪਸ਼ਨ ਕੀ ਹੁੰਦਾ? ਸ਼ਿਲਾਲੇਖ। 8th ਨੰਬਰ ਤੇ ਆਪਣੇ ਕੋਲ in which area did ਬਿਰਸਾ ਮੁੰਡਾ start a rebellion? ਕਹਿੰਦੇ ਕਿਸ ਏਰੀਏ ਦੇ ਵਿੱਚ ਬਿਰਸਾ ਮੁੰਡਾ ਨੇ ਰੈਬੇਲੀਅਨ ਮੀਨਸ ਵਿਦਰੋਹ ਜਿਹੜਾ ਉਹ ਸਟਾਰਟ ਕੀਤਾ ਸੀ। ਤਾਂ ਆਨਸਰ ਹੈ ਜੀ ਇਸ ਦਾ ਛੋਟਾ ਨਾਗਪੁਰ। ਛੋਟਾ ਨਾਗਪੁਰ ਜਿਹੜਾ ਹੈ ਕਿੱਥੇ ਹੈ? ਇਹ ਬਿਹਾਰ ਦੇ ਵਿੱਚ ਹੈ। ਤੇ ਜੇ ਤੁਹਾਨੂੰ ਇਹ ਕੁਐਸਚਨ ਆ ਜਾਂਦਾ ਕਿ ਬਿਰਸਾ ਮੁੰਡਾ ਕਿਹੜੇ ਕਬੀਲੇ ਨਾਲ ਸੰਬੰਧਿਤ ਸੀਗਾ, ਤਾਂ ਬਿਰਸਾ ਮੁੰਡਾ ਜਿਹੜਾ ਸੀਗਾ ਉਹ ਕੋਲ ਕਬੀਲੇ ਦੇ ਨਾਲ ਸੰਬੰਧਿਤ ਸੀ। 9th ਨੰਬਰ ਤੇ ਹੈ which leader is not associated with the rebellion of 1857? ਕਹਿੰਦੇ ਕਿਹੜਾ ਲੀਡਰ ਜਿਹੜਾ ਉਹ 1857 ਦੇ ਵਿਦਰੋਹ ਦਾ ਐਸੋਸੀਏਟ ਨਹੀਂ ਸੀ, ਮੀਨਸ ਇਸ ਦੇ ਵਿੱਚ ਸ਼ਾਮਲ ਨਹੀਂ ਸੀਗਾ। ਦੇਖੋ ਰਾਣੀ ਲక్ష్ਮੀ ਬਾਈ ਵੀ ਇਸ ਵਿਦਰੋਹ ਦੇ ਵਿੱਚ ਸ਼ਾਮਲ ਸੀ,
ਤਾਂਤੀਆ ਟੋਪੇ ਵੀ ਸੀਗੇ, ਨਾਨਾ ਸਾਹਿਬ ਵੀ ਸੀਗੇ, ਪਰ ਆਨਸਰ ਕੀ ਹੈ ਸਾਡੇ ਕੋਲ ਮਹਾਰਾਣਾ ਪ੍ਰਤਾਪ 1857 ਈਸਵੀ ਵਿਦਰੋਹ ਦੇ ਸ਼ਾਮਲ ਨਹੀਂ ਸਨ। 10th ਨੰਬਰ ਤੇ ਹੈ ਜੀ ਆਪਣੇ ਕੋਲ ਵਿਚ ਲੀਡਰ ਵਾਸ ਨੋਟ ਪਾਰਟ ਆਫ ਦਾ ਇੰਡੀਅਨ ਰਿਫਾਰਮਿਸਟ ਮੂਵਮੈਂਟ। ਕਹਿੰਦੇ ਕਿਹੜਾ ਆਗੂ ਜਿਹੜਾ ਉਹ ਭਾਰਤੀ ਸੁਧਾਰਵਾਦੀ ਲਹਿਰ ਦਾ ਪਾਰਟ ਨਹੀਂ ਸੀ। ਦੇਖੋ ਰਾਜਾ ਰਾਮ ਮੋਹਨ ਰਾਏ ਵੀ ਭਾਰਤੀ ਸੁਧਾਰਵਾਦੀ ਦੇ ਲਹਿਰ ਦੇ ਹਿੱਸਾ ਸੀਗੇ, ਕਿਉਂਕਿ ਇਹਨਾਂ ਨੇ ਕੀ ਕੀਤਾ ਸੀਗਾ, ਸਤੀ ਪ੍ਰਥਾ ਦਾ ਵਿਰੋਧ ਕੀਤਾ ਸੀ। ਈਸ਼ਵਰ ਚੰਦਰ ਵਿਦਿਆਸਾਗਰ ਇਹਨਾਂ ਨੇ ਵੀ ਜਿਹੜਾ ਹੈਗਾ ਉਹ ਇਸਤਰੀਆਂ ਦੇ ਲਈ ਭਲਾਈ ਦਾ ਕੰਮ ਕੀਤਾ ਸੀ, ਤੇ ਇਹਨਾਂ ਨੇ ਹੋਰ ਕੀ ਕੀਤਾ ਸੀ, ਬਾਲ ਵਿਆਹ ਦਾ ਖੰਡਨ ਕੀਤਾ ਸੀ। ਏ.ਓ. ਹਿਊਮ ਇਹ ਕੌਣ ਸੀਗੇ, ਇਹ ਵੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਫਾਊਂਡਰ ਸੀਗੇ। ਤੇ ਆਪਣੇ ਕੋਲ ਆਪਸ਼ਨ ਕੀ ਬਚਿਆ ਫਿਰ ਆਪਣੇ ਕੋਲ, ਆਪਸ਼ਨ ਨੰਬਰ ਬੀ ਐਨੀ ਬੀਸ ਜਿਹੜੇ ਨੇ ਉਹ ਭਾਰਤੀ ਸੁਧਾਰਵਾਦੀ ਲਹਿਰ ਦੇ ਹਿੱਸਾ ਨਹੀਂ ਸਨ। 11th ਨੰਬਰ ਤੇ ਆਪਣੇ ਕੋਲ ਵਿਚ ਲੀਡਰ ਫਾਊਂਡਡ ਸਤਿਆ ਸ਼ੋਧਕ ਸੁਸਾਇਟੀ। ਕਹਿੰਦੇ ਸਤਿਆ ਸ਼ੋਧਕ ਸੁਸਾਇਟੀ ਦਾ ਲੀਡਰ ਕੌਣ ਸੀ, ਤਾਂ ਆਨਸਰ ਹੈ ਜੀ ਇਸ ਦਾ ਜੋਤੀਬਾ ਫੂਲੇ। 12th ਨੰਬਰ ਤੇ ਹੈ ਸ਼ਾਹਜਹਾਨਾਬਾਦ ਇਜ਼ ਦਾ 올ਡ ਨੇਮ ਆਫ ਵਿਚ ਸਿਟੀ। ਕਹਿੰਦੇ ਸ਼ਾਹਜਹਾਨਾਬਾਦ ਕਿਸ ਸਿਟੀ ਦਾ ਪੁਰਾਣਾ ਨਾਮ ਹੈ, ਆਨਸਰ ਹੈ ਜੀ ਆਪਣੇ ਕੋਲ ਦਿੱਲੀ। ਦਿੱਲੀ ਦਾ ਪੁਰਾਣਾ ਨਾਮ ਜਿਹੜਾ ਉਹ ਕੀ ਸੀਗਾ, ਸ਼ਾਹਜਹਾਨਾਬਾਦ ਸੀ। 30 ਨੰਬਰ ਤੇ ਆ ਔਨ ਵਿਚ ਡੇਟ ਵਾਸ ਦਾ ਕਨਸਟੀਟਿਊਸ਼ਨ ਆਫ ਇੰਡੀਆ ਪ੍ਰੀਪੇਅਰਡ। ਇਸ ਕੁਐਸਚਨ ਦਾ ਤੁਸੀਂ ਬਹੁਤ ਧਿਆਨ ਨਾਲ ਯਾਦ ਕਰਨਾ ਹੈ, ਕਿਹੜੀ ਡੇਟ ਨੂੰ ਇੰਡੀਆ ਦਾ ਜਿਹੜਾ ਸੰਵਿਧਾਨ ਜਿਹੜਾ ਸੀਗਾ ਉਹ ਤਿਆਰ ਹੋਇਆ ਸੀ। ਤਾਂ ਦੇਖੋ ਤਿਆਰ ਹੋਇਆ ਜਿਹੜਾ ਸੀਗਾ ਉਹ ਸਾਡੇ ਕੋਲ ਆਨਸਰ ਹੈਗਾ ਉਸਦਾ 26 ਨਵੰਬਰ 1949। 40 ਨੰਬਰ ਤੇ ਕੁਐਸਚਨ ਆਪਣੇ ਕੋਲ ਆਰਟੀਕਲ 14 to 32 ਆਫ ਦਾ ਕਨਸਟੀਟਿਊਸ਼ਨ ਆਰ ਅਬਾਊਟ whom ਸਬਜੈਕਟ। ਕਹਿੰਦੇ ਸੰਵਿਧਾਨ ਦੇ ਜਿਹੜਾ ਅਨੁਛੇਦ ਸੀਗੇ, ਆਰਟੀਕਲ ਸੀਗੇ 14 ਤੋਂ 32 ਤੱਕ ਕਿਹੜੇ ਵਿਸ਼ੇ ਬਾਰੇ, ਕਿਹੜੇ ਸਬਜੈਕਟ ਬਾਰੇ ਹੈ, ਆਨਸਰ ਹੈ ਜੀ ਆਪਣੇ ਕੋਲ ਫੰਡਾਮੈਂਟਲ ਰਾਈਟਸ। 50 ਨੰਬਰ ਤੇ ਹੈ ਕਾਸਟ ਇਜ਼ ਦਾ ਮੋਸਟ ਪੋਲੀਟੀਕਲ ਕਲਾਸ ਇਨ ਇੰਡੀਆ। ਕਹਿੰਦੇ ਭਾਰਤ ਦੇ ਵਿੱਚ ਜਾਤੀ ਜਿਹੜੀ ਹੈ ਉਹ ਕੀ ਹੈ, ਮੋਸਟ ਪੋਲੀਟੀਕਲ ਇੱਕ ਸਿਆਸੀ ਜਮਾਤ ਹੈ। ਤਾਂ ਇਹ ਸ਼ਬਦ ਜਿਹੜੇ ਹੂ ਸੈਟ ਦਿਸ ਵਰਡ, ਇਹ ਜਿਹੜੇ ਵਰਡ ਨੇ ਕਿਸ ਨੇ ਕਹੇ, ਤਾਂ ਆਨਸਰ ਹੈ ਜੀ ਇਸ ਦਾ ਭੀਮ ਰਾਓ ਅੰਬੇਦਕਰ। ਨੈਕਸਟ ਆਪਣੇ ਕੋਲ ਪਾਰਟ ਬੀ ਹੈ ਜੀ ਜੀਓਗ੍ਰਾਫੀ ਦਾ। 4 ਕੁਐਸਚਨ ਹੋਣਗੇ ਜੀ ਤੁਹਾਡੇ ਕੋਲ ਇਸ ਦੇ ਵਿੱਚ, ਤੇ 1 ਨੰਬਰ ਦਾ ਇੱਕ ਕੁਐਸਚਨ ਹੋਏਗਾ। ਫਸਟ ਕੁਐਸਚਨ ਆਪਣੇ ਕੋਲ ਡੇਟ ਪਾਮ thorn and thorn bushes are dash plants of this type of vegetation। ਡੇਟ ਪਾਮ ਕੀ ਹੁੰਦੀ ਹੈ, ਖਜੂਰ। ਥੋਰ ਨੂੰ ਥੋਰ ਹੀ ਕਹਿੰਦੇ ਆ ਅਸੀਂ। ਥੋਰਨ ਬਸ਼ਿਸ ਕੀ ਹੁੰਦੀਆਂ, ਕੰਡੇਦਾਰ ਝਾੜੀਆਂ। are dash plants of this type of vegetation। ਕਹਿੰਦੇ ਖਜੂਰ, ਥੋਰ ਤੇ ਕੰਡੇਦਾਰ ਝਾੜੀਆਂ ਕਿਸ ਕਿਸਮ ਦੀ ਬਨਸਪਤੀ ਦੇ ਬੂਟੇ ਹਨ, ਤਾਂ ਆਨਸਰ ਹੈ ਜੀ ਇਸ ਦਾ ਇੱਥੇ ਸੈਂਡੀ। ਸੈਂਡੀ ਮੀਨਸ ਰੇਤਲੀ। ਸੈਕਿੰਡ ਨੰਬਰ ਤੇ ਹੈ the cultivation of 2 types of fiber crops cotton and। ਫਾਈਬਰ ਕ੍ਰੌਪਸ ਕਿਹੜੀਆਂ ਹੁੰਦੀਆਂ, ਰੇਸ਼ੇਦਾਰ ਫਸਲਾਂ। ਕਹਿੰਦੇ ਰੇਸ਼ੇਦਾਰ ਫਸਲਾਂ ਦੀਆਂ 2 ਕਿਸਮਾਂ, ਕਪਾਹ ਯਾਨੀ ਕੋਟਨ ਐਂਡ ਡੈਸ਼ ਕਿਹੜੀ ਹੈ ਫਿਰ ਜੀ ਉਹ, ਪਟਸਨ। 3rd ਨੰਬਰ ਤੇ ਆਪਣੇ ਕੋਲ ਟਰੂ ਫਾਲਸ ਹੈ ਜੀ। ਕਹਿੰਦੇ ਟੀ ਐਂਡ ਕਾਫੀ ਰਿਕੁਆਇਰਸ ਲੈਵਲ ਗਰਾਊਂਡ। ਕਹਿੰਦੇ ਜੇ ਟੀ ਯਾਨੀ ਚਾਹ ਤੇ ਕੌਫੀ ਦੀ ਜਿਹੜੀ ਖੇਤੀ ਜਿਹੜੀ ਹੈ ਉਹਦੇ ਲਈ ਸਾਡੇ ਕੋਲ ਲੈਵਲ ਗਰਾਊਂਡ ਦੀ ਲੋੜ ਹੁੰਦੀ ਆ, ਮਤਲਬ ਕਿ ਪੱਧਰੀ ਜਿਹੜੀ ਧਰਤੀ ਦੀ ਲੋੜ ਹੁੰਦੀ ਹੈ। ਇਹ ਟਰੂ ਹੈ ਜਾਂ ਫਾਲਸ ਹੈ, ਇਹ ਫਾਲਸ ਹੈ ਜੀ, ਕਿਉਂਕਿ ਚਾਹ ਤੇ ਕੌਫੀ ਦੀ ਖੇਤੀ ਜਿਹੜੀ ਹੈ ਉਹ ਢਲਾਣਦਾਰ ਤੇ ਵੀ ਕੀਤੀ ਜਾ ਸਕਦੀ ਹੈ। ਨੈਕਸਟ 4 ਨੰਬਰ ਤੇ ਆਪਣੇ ਕੋਲ floods, cyclones and storms are types of natural disaster। true or false। cyclones and storms ਕਹਿੰਦੇ ਹੜ੍ਹ, ਚੱਕਰਵਾਤ ਤੇ ਤੂਫਾਨ ਜਿਹੜੇ ਨੇ ਇਹ ਕੁਦਰਤੀ ਆਫਤਾਂ ਹਨ। ਇਹ ਕੁਦਰਤੀ ਆਫਤਾਂ ਦੀਆਂ ਕਿਸਮਾਂ ਹਨ। ਇਹ ਨੈਚੁਰਲ ਡਿਸਾਸਟਰ ਨੇ। ਇਹ ਬਿਲਕੁਲ ਟਰੂ ਹੈ ਜੀ, ਇਹ ਸਾਰੀਆਂ ਨੈਚੁਰਲ ਡਿਸਾਸਟਰ ਹੀ ਨੇ। ਕੁਐਸਚਨ ਨੰਬਰ 3 ਆਪਣੇ ਕੋਲ give brief answer to these questions। each question is of 2 marks। ਕਹਿੰਦੇ ਹੁਣ ਅੱਗੇ ਜਿੰਨੇ ਕੁਐਸਚਨ ਆਣਗੇ ਉਹ ਕਿੰਨੇ ਨੰਬਰ ਦਾ ਹੋਊਗਾ, 2 ਨੰਬਰ ਦਾ ਹੋਏਗਾ। ਕੁਐਸਚਨ ਨੰਬਰ 1 ਆਪਣੇ ਕੋਲ what are migratory birds। ਮਾਈਗ੍ਰੇਟਰੀ ਬਰਡਸ ਕੀ ਹੁੰਦਾ ਹੈ, ਪ੍ਰਵਾਸੀ ਪੰਛੀ। ਕਹਿੰਦੇ ਪ੍ਰਵਾਸੀ ਪੰਛੀ ਕੌਣ ਹੁੰਦੇ ਨੇ, where do they come from ਤੇ ਕਿੱਥੋਂ ਆਉਂਦੇ ਨੇ। ਮਾਈਗ੍ਰੇਟਰੀ ਬਰਡਸ ਪਹਿਲਾਂ ਆਪਾਂ ਦੇਖ ਲਈਏ, ਮਾਈਗ੍ਰੇਟਰੀ ਬਰਡਸ ਹੁੰਦੇ ਕੌਣ ਨੇ, those birds that migrate from one location to another location। ਕਹਿੰਦੇ ਉਹ ਪੰਛੀ ਜਿਹੜੇ ਮਾਈਗ੍ਰੇਟ ਯਾਨੀ ਇੱਧਰ ਉੱਧਰ ਜਾਂਦੇ ਨੇ, ਫਰੋਮ ਵਨ ਲੋਕੇਸ਼ਨ ਇੱਕ ਲੋਕੇਸ਼ਨ ਤੋਂ ਅਨਦਰ ਲੋਕੇਸ਼ਨ ਦੂਜੀ ਲੋਕੇਸ਼ਨ ਤੱਕ, ਇਨ ਆਰਡਰ ਟੂ ਬਰੀਡ ਆਪਣੀ ਔਲਾਦ ਦੇ ਪ੍ਰਜਨਨ ਲਈ, ਫੀਡ ਮੀਨਸ ਖਾਣ ਪੀਣ ਲਈ, ਰੇਸ देयर ਆਫਸਪ੍ਰਿੰਗ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਂਦੇ ਨੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, known as migratory bird ਪ੍ਰਵਾਸੀ ਪੰਛੀ ਕਹਿੰਦੇ ਹਾਂ। they are come from different part of the world in the winter to escape the cold। ਕਹਿੰਦੇ ਉਹ ਠੰਡ ਤੋਂ ਬਚਣ ਦੇ ਲਈ ਸਰਦੀਆਂ ਦੇ ਵਿੱਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ
ਆਉਂਦੇ ਹਨ। The majority of birds migrate from northern breeding areas in the summer। ਕਹਿੰਦੇ ਜ਼ਿਆਦਾਤਰ ਜਿਹੜੇ ਪੰਛੀ ਹੈ ਉਹ ਗਰਮੀਆਂ ਦੇ ਵਿੱਚ ਉੱਤਰੀ ਪ੍ਰਜਨਨ ਖੇਤਰਾਂ ਤੋਂ ਆਉਂਦੇ ਨੇ। To southern wintering grounds। ਕਹਿੰਦੇ ਜ਼ਿਆਦਾਤਰ ਜਿਹੜੇ ਪੰਛੀ ਨੇ ਗਰਮੀਆਂ ਦੇ ਵਿੱਚ ਉੱਤਰੀ ਪ੍ਰਜਨਨ ਖੇਤਰਾਂ ਤੋਂ ਦੱਖਣੀ ਮੈਦਾਨਾਂ ਦੇ ਵਿੱਚ ਪ੍ਰਵਾਸ ਕਰਦੇ ਹਨ। ਸੈਕਿੰਡ ਨੰਬਰ ਤੇ ਕੁਐਸਚਨ ਹੈ ਜੀ, ਨੇਮ ਐਨੀ ਟੂ ਪਲੇਸਿਸ ਵੇਅਰ ਰਾ ਕਾਸਟ ਆਇਰਨ ਇਜ਼ ਫਾਊਂਡ ਇਨ ਇੰਡੀਆ। ਕਹਿੰਦੇ ਦੋ ਜਗ੍ਹਾ ਦੇ ਨਾਮ ਦੱਸੋ ਜਿੱਥੇ ਕੱਚਾ ਲੋਹਾ ਮਿਲਦਾ ਹੈ। ਦੇਖੋ ਮੈਂ ਤੇ ਤੁਹਾਨੂੰ 5-6 ਜਿਹੜੀਆਂ ਜਗ੍ਹਾ ਦੇ ਨਾਮ ਦੱਸ ਦਿੱਤੇ ਨੇ, ਜਿਹੜੀ ਤੁਹਾਨੂੰ ਈਜ਼ੀ ਲੱਗਦੀ ਹੈ ਤੁਸੀਂ ਯਾਦ ਕਰਕੇ ਰੱਖ ਸਕਦੇ ਹੋ। ਝਾਰਖੰਡ, ਕਰਨਾਟਕਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ, ਰਾਜਸਥਾਨ ਐਂਡ ਵੈਸਟ ਬੰਗਾਲ। ਇਹ ਸਾਰੀਆਂ ਜਗ੍ਹਾ ਤੇ ਜਿਹੜਾ ਕੱਚਾ ਲੋਹਾ ਮਿਲਦਾ ਹੈ। ਨੈਕਸਟ 4 ਨੰਬਰ ਤੇ ਹੈ ਜੀ, ਆਨਸਰ ਐਨੀ ਵਨ ਆਫ ਦਾ ਫੋਲੋਇੰਗ ਕੁਐਸਚਨ ਇਨ 50-60 ਵਰਡ। ਕਹਿੰਦੇ ਜਿਹੜੇ ਨੀਚੇ ਦਿੱਤੇ ਕੁਐਸਚਨ ਨੇ ਇਹਨਾਂ ਦੋਨਾਂ ਵਿੱਚੋਂ ਤੁਸੀਂ ਕੋਈ ਇੱਕ ਕਰਨਾ ਹੈ। ਮੈਂ ਤੁਹਾਨੂੰ ਦੋਨੋਂ ਜਿਹੜੇ ਨੇ ਸੋਲਵ ਕਰਕੇ ਦਿੱਤੇ ਹੋਏ ਨੇ, ਤੁਸੀਂ ਦੋਨੋਂ ਹੀ ਯਾਦ ਕਰਕੇ ਜਾਣੇ ਨੇ। ਨੰਬਰ 1 ਤੇ ਹੈ ਜੀ, ਰਾਈਟ ਐਨੀ 3 ਬੈਨੀਫਿਟਸ ਆਫ ਰਿਵਰ ਐਂਡ ਕਨਾਲਸ। ਕਹਿੰਦੇ ਨਦੀਆਂ ਤੇ ਨਹਿਰਾਂ ਦੇ 3 ਬੈਨੀਫਿਟ ਸਾਨੂੰ ਦੱਸੋ। ਆਨਸਰ ਹੈ ਜੀ ਇਸ ਦਾ, ਰਿਵਰ ਐਂਡ ਕਨਾਲਸ ਪ੍ਰੋਵਾਈਡ ਇਰੀਗੇਸ਼ਨ ਇਨ ਐਗਰੀਕਲਚਰ। ਕਹਿੰਦੇ ਨਦੀਆਂ ਤੇ ਨਹਿਰਾਂ ਜਿਹੜੀਆਂ ਹੈਗੀਆਂ ਪ੍ਰੋਵਾਈਡ ਕਰਦੀਆਂ, ਕੀ ਪ੍ਰੋਵਾਈਡ ਕਰਦੀਆਂ ਜੀ, ਖੇਤੀ ਦੇ ਲਈ ਪਾਣੀ ਪ੍ਰੋਵਾਈਡ ਕਰਦੀਆਂ, ਯਾਨੀ ਉਸ ਦੇ ਨਾਲ ਅਸੀਂ ਸਿੰਚਾਈ ਕਰ ਸਕਦੇ ਹਾਂ, ਇਰੀਗੇਸ਼ਨ ਕਰ ਸਕਦੇ ਹਾਂ। ਫॉर ਡਰਿੰਕਿੰਗ ਵਾਟਰ, ਪਾਣੀ ਨਦੀਆਂ ਤੇ ਦਰਿਆਵਾਂ ਤੋਂ ਸਾਨੂੰ ਕੀ ਮਿਲਦਾ, ਪਾਣੀ ਪੀਣ ਲਈ ਮਿਲਦਾ। ਫॉर ਟਰਾਂਸਪੋਰਟੇਸ਼ਨ, ਦੇਖੋ ਜਿਵੇਂ ਸਮੁੰਦਰੀ ਬੰਦਰਗਾਹਾਂ ਉੱਥੋਂ ਜਿਹੜੀਆਂ ਜਹਾਜ਼ ਨੇ ਪਾਣੀ ਵਾਲੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਨੇ। ਟੂ ਪ੍ਰੋਡਿਊਸ ਇਲੈਕਟ੍ਰਿਸਿਟੀ ਥਰੂ ਹਾਈਡਰੋ ਇਲੈਕਟ੍ਰਿਕ ਡੈਮਸ। ਕਹਿੰਦੇ ਇਸ ਨਾਲ ਕੀ ਹੈ, ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ, ਪ੍ਰੋਡਿਊਸ ਕੀਤੀ ਜਾ ਸਕਦੀ ਹੈ। ਐਂਡ ਫॉर ਲੇਅਰ ਐਕਟੀਵਿਟੀਜ਼ ਲਾਈਕ ਸਵੀਮਿੰਗ ਐਂਡ ਬੋਟਿੰਗ। ਕਹਿੰਦੇ ਕੁਝ ਫਿਰ ਐਕਟੀਵਿਟੀਆਂ ਵੀ ਅਸੀਂ ਕਰ ਸਕਦੇ ਹਾਂ ਇਸ ਦੇ ਨਾਲ, ਜਿਵੇਂ ਅਸੀਂ ਸਵੀਮਿੰਗ ਕਰਦੇ ਹਾਂ ਤੇ ਬੋਟਿੰਗ ਵੀ ਕਰਦੇ ਹਾਂ। ਔਰ ਦੇ ਵਿੱਚ ਆਪਣੇ ਕੋਲ ਕੁਐਸਚਨ ਹੈ ਜੀ, ਵਾਟ ਆਰ ਦਾ 3 ਮੇਨ ਕੰਪੋਨੈਂਟਸ ਆਫ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ। ਕਹਿੰਦੇ ਪਣ ਬਿਜਲੀ ਉਤਪਾਦਨ ਲਈ ਲੋੜੀਂਦੇ ਕੋਈ 3 ਤੱਤਾਂ ਦਾ ਵਰਣਨ ਕਰੋ। ਇਹ ਪਾਵਰ ਪਲਾਂਟ ਵੇਅਰ ਦਾ ਇਲੈਕਟ੍ਰਿਸਿਟੀ ਇਜ਼ ਪ੍ਰੋਡਿਊਸਡ। ਕਹਿੰਦੇ ਕਿ ਪਾਵਰ ਪਲਾਂਟ ਜਿਹੜੀ ਜਿੱਥੇ ਬਿਜਲੀ ਜਿਹੜੀ ਪੈਦਾ ਕੀਤੀ ਜਾਂਦੀ ਹੈ, ਪ੍ਰੋਡਿਊਸ ਕੀਤੀ ਜਾਂਦੀ ਹੈ। ਅ ਡੈਮ ਦੈਟ ਕੈਨ ਬੀ ਓਪਨਡ ਔਰ ਕਲੋਜ਼ਡ ਟੂ ਕੰਟਰੋਲ ਵਾਟਰ ਫਲੋ। ਕਹਿੰਦੇ ਇੱਕ ਡੈਮ ਹੁੰਦਾ ਜਿੱਥੇ ਜਿਹੜਾ ਪਾਣੀ ਦੇ ਵਹਾਅ ਨੂੰ ਕੰਟਰੋਲ ਕੀਤਾ ਜਾਂਦਾ ਹੈ। ਐਂਡ ਰਿਜ਼ਰਵਰ ਵੇਅਰ ਵਾਟਰ ਇਜ਼ ਸਟੋਰਡ, ਇੱਥੇ ਪਾਣੀ ਸਟੋਰ ਵੀ ਕੀਤਾ ਜਾਂਦਾ ਹੈ। ਦਾ ਵਾਟਰ ਬਿਹਾਈਂਡ ਦਾ ਡੈਮ ਫਲੋਜ਼ ਥਰੂ ਐਨ ਇਨਟੇਕ ਐਂਡ ਪੁਸ਼ਿਸ ਅਗੇਂਸਟ ਬਲੇਡਸ ਇਨ ਅ ਟਰਬਾਈਨ। ਕਹਿੰਦੇ ਜਿਹੜਾ ਵਾਟਰ ਹੈ ਉਹ ਡੈਮ ਦੇ ਜਿਹੜਾ ਪਿੱਛੇ ਹੈ ਉਹ ਇੱਕ ਇਨਟੇਕ ਰਾਹੀਂ ਜਾਂਦਾ ਤੇ ਇੱਕ ਟਰਬਾਈਨ ਦੇ ਵਿੱਚ ਬਲੇਡਾਂ ਦੇ ਵਿਰੁੱਧ ਢੱਕਦਾ, ਅਗੇਂਸਟ ਧੱਕ ਦਿੰਦਾ, ਕਾਜ਼ਿੰਗ ਡੈਮ ਟੂ ਟਰਨ, ਜਿਸ ਕਰਕੇ ਫਿਰ ਉਹ ਮੁੜ ਜਾਂਦੇ ਨੇ। ਸੈਕਿੰਡ ਨੰਬਰ ਤੇ ਕੁਐਸਚਨ ਹੈ ਜੀ, ਵਿਚ ਸਟੈਪਸ ਸ਼ੁੱਡ ਬੀ ਟੇਕਨ ਫॉर ਪ੍ਰੋਟੈਕਸ਼ਨ ਫਰੋਮ ਡਰਾਟਸ। ਕਹਿੰਦੇ ਕਿਹੜੇ ਸਟੈਪ ਜਿਹੜੇ ਨੇ ਸਾਨੂੰ ਚੁੱਕਣੇ ਚਾਹੀਦੇ ਨੇ ਪ੍ਰੋਟੈਕਸ਼ਨ ਕਰਨ ਦੇ ਲਈ ਕਿਸ ਦੀ, ਡਰਾਟਸ ਦੀ। ਡਰਾਟਸ ਮੀਨਸ ਕੀ ਹੁੰਦਾ, ਸੋਕਾ ਮੀਨ ਜਿੱਥੇ ਪਾਣੀ ਦੀ ਘਾਟ ਹੋ ਜੇ। ਆਨਸਰ ਦੇਖੋ ਪਹਿਲਾਂ ਅਸੀਂ ਡਰਾਟ ਦੀ ਡੈਫੀਨੇਸ਼ਨ ਦੇਣੀ ਹੈ। ਡਰਾਟ ਇਜ਼ ਦਾ ਕੰਡੀਸ਼ਨ when there is no rainfall for a very long time। ਕਹਿੰਦੇ ਡਰਾਟ ਜਿਹੜੀ ਐਸੀ ਕੰਡੀਸ਼ਨ ਹੈ, there is no rainfall for a very long time। ਕਹਿੰਦੇ ਜਿੱਥੇ ਬਹੁਤ ਸਮੇਂ ਤੋਂ ਜਿਹੜੀ ਬਾਰਿਸ਼ ਹੈ ਉਹ ਨਾ ਹੋਈ ਹੋਵੇ। sometime months or even years in a region। ਕਹਿੰਦੇ ਕਈ ਵਾਰ ਤਾਂ ਕਈ ਮਹੀਨੇ ਵੀ ਲੰਘ ਜਾਂਦੇ ਨੇ ਅਜੇ ਖੇਤਰਾਂ ਦੇ ਵਿੱਚ। ਇਸ ਨੂੰ ਰੋਕਣ ਦੇ ਲਈ ਨੀਚੇ ਸਟੈਪ ਦਿੱਤੇ ਗਏ ਨੇ। ਨੰਬਰ 1 ਤੇ ਹੈ ਜੀ, ਵਾਟਰ ਰਿਸੋਰਸਿਸ ਸ਼ੁੱਡ ਬੀ ਪ੍ਰੋਪਰਲੀ ਯੂਜ਼ਡ। ਕਹਿੰਦੇ ਵਾਟਰ ਰਿਸੋਰਸਿਸ ਨੂੰ ਸਾਨੂੰ ਪ੍ਰੋਪਰਲੀ ਯੂਜ਼ਡ ਕਰਨਾ ਚਾਹੀਦਾ ਹੈ। ਸਮਾਲ ਡੈਮਸ ਫॉर ਕਲੈਕਟਿੰਗ ਵਾਟਰ ਸ਼ੁੱਡ ਬੀ ਬਿਲਟ। ਕਹਿੰਦੇ ਸਾਨੂੰ ਛੋਟੇ ਜਿਹੜੇ ਡੈਮ ਨੇ ਉਹ ਬਣਾਉਣੇ ਚਾਹੀਦੇ ਨੇ ਪਾਣੀ ਨੂੰ ਇਕੱਠਾ ਕਰਨ ਦੇ ਲਈ। ਟਰੀਜ਼ ਸ਼ੁੱਡ ਬੀ ਗਰੋਨ। ਕਹਿੰਦੇ ਸਾਨੂੰ ਟਰੀਜ਼ ਜਿਹੜੇ ਨੇ ਉਹ ਲਗਾਉਣੇ ਚਾਹੀਦੇ ਨੇ। ਸੱਚ ਕ੍ਰੌਪਸ ਸ਼ੁੱਡ ਬੀ ਗਰੋਨ ਵਿਚ ਨੀਡ ਸਮਾਲ ਅਮਾਉਂਟ ਆਫ ਵਾਟਰ। ਕਹਿੰਦੇ ਸਾਨੂੰ ਐਸੀਆਂ ਜਿਹੜੀਆਂ ਫਸਲਾਂ ਲਗਾਉਣੀਆਂ ਚਾਹੀਦੀਆਂ ਨੇ, ਉਗਾਉਣੀਆਂ ਚਾਹੀਦੀਆਂ ਨੇ, ਵਿਚ ਨੀਡ ਸਮਾਲ ਅਮਾਉਂਟ ਆਫ ਵਾਟਰ, ਜਿਨ੍ਹਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਘੱਟ ਲੋੜ ਹੋਵੇ। ਨੰਬਰ 5 ਤੇ ਆ, ਵਾਟਰ ਸ਼ੁੱਡ ਬੀ ਕਲੈਕਟਡ ਇਨ ਟੈਂਕਸ। ਕਹਿੰਦੇ ਜਿਹੜਾ ਪਾਣੀ ਹੈ ਉਹ ਟੈਂਕ ਦੇ ਵਿੱਚ ਇਕੱਠਾ ਕਰ ਲੈਣਾ ਚਾਹੀਦਾ ਹੈ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਵਾਈ ਸ਼ੁੱਡ ਵੀ ਯੂਜ਼ ਦਾ ਐਕਸਹੌਸਟੇਬਲ resources wisely and with hesitation। ਕਹਿੰਦੇ ਸਾਨੂੰ ਮੁੱਕਣਯੋਗ ਸਾਧਨਾਂ ਨੂੰ ਸੰਜਮ ਨਾਲ ਵਰਤੇ ਜਾਣ ਦੀ ਲੋੜ ਕਿਉਂ ਹੈ। ਤਾਂ ਆਨਸਰ ਹੈ ਜੀ ਇਸ ਦਾ, the stocks of exhaustible resources are limited। about 80% of the fossil fuels will be finished in 1 century। ਆਨਸਰ ਹੈ ਜੀ ਇਸ ਦਾ, the stocks of exhaustible resources are limited। ਕਹਿੰਦੇ ਜਿਹੜੇ ਮੁੱਕਣਯੋਗ ਸਾਧਨ ਨੇ ਉਹ ਕੀ ਨੇ ਸਾਡੇ ਕੋਲ, ਲਿਮਿਟਡ ਨੇ। about 80% of the fossil fuels will be finished in 1 century। ਕਹਿੰਦੇ 80% ਜਿਹੜਾ fossil fuel ਹੈ ਉਹ 1 ਸੈਂਚਰੀ ਦੇ ਵਿੱਚ ਖਤਮ ਹੋ ਜਾਵੇਗਾ।
ਸੋ ਵੀ ਸ਼ੁੱਡ ਯੂਜ਼ ਥੀਸ ਰਿਸੋਰਸਿਸ ਵਾਈਜ਼ਲੀ। ਕਹਿੰਦੇ ਸੋ ਸਾਨੂੰ ਕੀ ਕਰਨਾ ਚਾਹੀਦਾ, ਇਹਨਾਂ ਰਿਸੋਰਸਿਸ ਨੂੰ ਸੰਜਮ ਦੇ ਨਾਲ ਪ੍ਰਯੋਗ ਕਰਨਾ ਚਾਹੀਦਾ ਹੈ। ਐਂਡ ਵਿਦ ਹੈਜ਼ੀਟੇਸ਼ਨ, ਤੇ ਹੈਜ਼ੀਟੇਸ਼ਨ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਟੂ ਯੂਜ਼ ਥੀਸ ਫॉर ਅ ਲੌਂਗ ਟਾਈਮ, ਇਸ ਨੂੰ ਲੰਬੇ ਸਮੇਂ ਤੱਕ ਯੂਜ਼ ਕਰਨ ਦੇ ਲਈ। ਮੁੱਕਣਯੋਗ ਸਾਧਨ ਕਿਹੜੇ ਹੁੰਦੇ ਨੇ ਜੀ, ਜਿਵੇਂ ਤੇਲ ਹੋ ਗਿਆ, ਪੈਟਰੋਲ ਹੋ ਗਿਆ, ਠੀਕ ਹੈ ਜੀ, ਜਿਹੜੇ ਧਰਤੀ ਦੇ ਨੀਚੋਂ ਨਿਕਲਦੇ ਨੇ। ਉਹ ਕਹਿੰਦੇ ਨੇ ਵੀ ਸਾਨੂੰ ਇਹਨਾਂ ਦੀ ਜਿਹੜੀ ਘੱਟ ਵਰਤੋਂ ਕਰਨੀ ਚਾਹੀਦੀ ਹੈ। ਦੇਖੋ ਇਹ ਸਾਡੇ ਸਾਹਮਣੇ ਮੈਪ ਹੈ ਜੀ, ਇਸ ਦੇ ਵਿੱਚ ਮੈਂ ਦੇਖੋ ਇਹ ਤੁਹਾਨੂੰ ਇੱਕ ਨਿਸ਼ਾਨੀਆਂ ਦਿਖ ਰਹੀਆਂ ਹੋਣਗੀਆਂ, ਜਿਸ ਤਰ੍ਹਾਂ ਇੱਥੇ ਪਲੱਸ ਪਲੱਸ ਪਾਇਆ ਹੋਇਆ, ਇੱਥੇ ਰਾਉਂਡ ਲਗਾਇਆ ਹੋਇਆ, ਇੱਥੇ ਕੋਈ ਹੋਰ ਨਿਸ਼ਾਨ ਇਸ ਤਰ੍ਹਾਂ ਦਾ ਬਣਾਇਆ ਹੋਇਆ। ਤੁਸੀਂ ਇਸ ਤਰੀਕੇ ਦੇ ਨਿਸ਼ਾਨ ਜਿਹੜੇ ਨੇ ਉਹ ਬਣਾ ਲੈਣੇ, ਤਾਂ ਜੋ ਮਤਲਬ ਕਿ ਉੱਥੇ ਅਸੀਂ ਸ਼ੋਅ ਕਰ ਸਕੀਏ ਕਿ ਅਸੀਂ ਕਿਸ ਨੂੰ ਕਿਹੜੇ ਕੁਐਸਚਨ ਦਾ ਅਸੀਂ ਆਨਸਰ ਇੱਥੇ ਮੈਪ ਦੇ ਵਿੱਚ ਦੇ ਰਹੇ ਹਾਂ। ਜਿੱਦਾਂ ਦੇਖੋ ਇੱਥੇ ਕਾਲੀ ਮਿੱਟੀ ਵਾਲਾ ਪ੍ਰਾਂਤ ਹੈ, ਤਾਂ ਅਸੀਂ ਇੱਥੇ ਪਲੱਸ ਦਾ ਨਿਸ਼ਾਨ ਬਣਾ ਲਿਆ, ਤੇ ਕਾਲੀ ਮਿੱਟੀ ਵਾਲਾ ਪ੍ਰਾਂਤ ਦਾ ਆਨਸਰ ਕੀ ਹੈ ਸਾਡੇ ਕੋਲ, ਦੇਖੋ ਜੀ ਮਹਾਰਾਸ਼ਟਰ, ਇਹਦਾ ਆਨਸਰ ਹੈ ਮਹਾਰਾਸ਼ਟਰ। ਤਾਂ ਇਸ ਤਰ੍ਹਾਂ ਅਸੀਂ ਇਸ ਦੇ ਵਿੱਚ ਪਲੱਸ ਪਲੱਸ ਪਾ ਕੇ, ਤਾਂ ਜੋ ਚੈਕਰ ਨੂੰ ਪਤਾ ਲੱਗ ਜਾਏ ਕਿ ਇਹ ਜਿਹੜਾ ਇਸਨੇ ਮਹਾਰਾਸ਼ਟਰ ਦਾ ਸਥਾਨ ਜਿਹੜਾ ਇਸ ਤਰੀਕੇ ਨਾਲ ਸ਼ੋਅ ਆਫ ਕੀਤਾ। ਨੈਕਸਟ ਸਾਡੇ ਕੋਲ ਹੈ ਜੀ ਸੋਨਾ ਉਤਪਾਦਨ ਦਾ ਇੱਕ ਸਥਾਨ। ਤਾਂ ਇਹ ਕਿਹੜਾ ਜੀ, ਇੱਥੇ ਆਪਣੇ ਕੋਲ ਦੇਖੋ ਇਹ ਰਾਉਂਡ ਰਾਉਂਡ ਮਾਰੇ ਹੋਏ ਨੇ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਭਰਿਆ ਹੋਇਆ ਸੀ, ਇੱਥੇ ਕਰਨਾਟਕ। ਥਰਡ ਨੰਬਰ ਤੇ ਆ ਦੱਖਣੀ ਭਾਰਤ ਦਾ ਚਾਹ ਉਤਪਾਦਕ ਇਲਾਕਾ। ਤਾਂ ਇੱਥੇ ਕਿਹੜਾ ਆਨਸਰ ਹੈ ਜੀ ਆਪਣੇ ਕੋਲ, ਤਾਮਿਲਨਾਡੂ। ਨੈਕਸਟ ਹੈ ਜੀ ਆਪਣੇ ਕੋਲ ਭੋਪਾਲ ਸ਼ਹਿਰ ਦੀ ਸਥਿਤੀ। ਭੋਪਾਲ ਸ਼ਹਿਰ, ਇਹ ਦੇਖੋ ਤੁਹਾਨੂੰ ਇੱਥੇ ਸ਼ੋਅ ਹੋ ਰਿਹਾ ਹੋਊਗਾ ਇਹ ਕਿੱਥੇ ਆ, ਭੋਪਾਲ ਸ਼ਹਿਰ ਮੱਧ ਪ੍ਰਦੇਸ਼ ਦੇ ਵਿੱਚ ਹੈ, ਤੁਸੀਂ ਇਸ ਨੂੰ ਇੱਥੇ ਸ਼ੋਅ ਕਰਨਾ। ਨੈਕਸਟ ਆਪਣੇ ਕੋਲ ਰਾਜਸਥਾਨ ਦੇ ਵਿੱਚ ਅਬਰਕ ਉਤਪਾਦਨ, ਇਸ ਦਾ ਇਲਾਕਾ ਕਿਹੜਾ ਜੀ, ਆਪਣੇ ਕੋਲ ਇਹ ਇਲਾਕਾ ਹੈਗਾ ਜੈਪੁਰ ਦਾ। ਤਾਂ ਅਸੀਂ ਰਾਜਸਥਾਨ ਦੇ ਵਿੱਚ ਦੇਖੋ ਜੈਪੁਰ ਦਿਖਾਣਾ ਹੈ, ਤਾਂ ਅਸੀਂ ਜੈਪੁਰ ਨੂੰ ਇਸ ਤਰੀਕੇ ਨਾਲ ਰਾਉਂਡ ਮਾਰ ਕੇ ਮਾਰਕ ਕਰ ਦੇਣਾ ਕਿ ਇੱਥੇ ਜੈਪੁਰ ਹੈ। ਫਿਰ ਨੈਕਸਟ ਹੈ ਜੀ ਆਪਣੇ ਕੋਲ ਬ੍ਰਹਮਪੁੱਤਰ ਦਰਿਆ। ਬ੍ਰਹਮਪੁੱਤਰ ਦਰਿਆ ਨੂੰ ਦੇਖੋ ਇਸ ਤਰੀਕੇ ਨਾਲ ਅਸੀਂ ਰਿਪਰੈਜ਼ੈਂਟ ਕੀਤਾ ਹੈ, ਤੇ ਇਹ ਲਾਈਨ ਜਿਹੜੀ ਆ ਤੁਸੀਂ ਬਲੈਕ ਡੋਟ ਵਾਲੀ ਜਿਹੜੀ ਆ ਉਹ ਤੁਸੀਂ ਇਹ ਦੇਖ ਸਕਦੇ ਹੋ, ਇਹ ਸਾਰਾ ਕੀ ਆ, ਇਹ ਬ੍ਰਹਮਪੁੱਤਰ ਦਰਿਆ ਹੈ। ਨੈਕਸਟ ਹੈ ਜੀ ਆਪਣੇ ਕੋਲ ਡੈਲਟਾ ਬਨਸਪਤੀ। ਡੈਲਟਾ ਬਨਸਪਤੀ ਨੂੰ ਇੱਥੇ ਦੇਖੋ ਮੈਪ ਦੇ ਵਿੱਚ ਇੱਥੇ ਦਿਖਾਇਆ ਹੈ, ਇਸਦਾ ਨਾਮ ਕੀ ਹੈ ਇੱਥੇ, ਇਹ ਕਿੱਥੇ ਹੈ ਜੀ ਡੈਲਟਾ ਬਨਸਪਤੀ, ਇਹ ਹੈਗੀ ਹੈ ਕ੍ਰਿਸ਼ਨਾ ਨਦੀ ਤੇ। ਨੈਕਸਟ ਹੈ ਜੀ ਆਪਣੇ ਕੋਲ ਛੱਤੀਸਗੜ੍ਹ। ਛੱਤੀਸਗੜ੍ਹ ਦਾ ਦੇਖੋ ਇਹ ਦਿਖ ਰਿਹਾ ਤੁਹਾਨੂੰ ਇੱਥੇ, ਛੱਤੀਸਗੜ੍ਹ ਦਾ ਸਥਾਨ। ਨੈਕਸਟ ਹੈ ਜੀ ਆਪਣੇ ਕੋਲ ਗਿਆ ਬਿਹਾਰ ਦੀ ਸਥਿਤੀ। ਬਿਹਾਰ ਹੈਗਾ ਜੀ ਭਾਰਤ ਦੇ ਨਕਸ਼ੇ ਵਿੱਚ, ਦੇਖੋ ਇਸ ਸਥਾਨ ਤੇ ਇਹ ਬਿਹਾਰ ਹੈ ਇੱਥੇ। ਨੈਕਸਟ ਲਾਸਟ ਵਿੱਚ ਹੈ ਭਾਖੜਾ ਡੈਮ ਦਾ ਸਥਾਨ। ਤਾਂ ਭਾਖੜਾ ਡੈਮ ਕਿੱਥੇ ਹੈ ਜੀ, ਦੇਖੋ ਇਹ ਪੰਜਾਬ ਦੇ ਵਿੱਚ ਇਸ ਨੂੰ ਅਸੀਂ ਰਿਪਰੈਜ਼ੈਂਟ ਕੀਤਾ ਹੋਇਆ, ਭਾਖੜਾ ਡੈਮ ਪੰਜਾਬ ਦੇ ਵਿੱਚ ਹੈ, ਤੇ ਇਸ ਨੂੰ ਪੰਜਾਬ ਦੇ ਵਿੱਚ ਤੁਸੀਂ ਇੱਥੇ ਰਿਪਰੈਜ਼ੈਂਟ ਕੀਤਾ ਹੋਇਆ। ਇਸ ਨੂੰ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦੇਣਾ, ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਵੀ ਆਪਣੇ ਕੋਲ ਰੱਖ ਸਕਦੇ ਹੋ। ਇਹ ਮੈਂ ਤੁਹਾਨੂੰ ਇੱਥੇ ਜ਼ੂਮ ਕਰਕੇ ਦਿਖਾ ਰਿਹਾ, ਤੁਸੀਂ ਇਹਦਾ ਸਕਰੀਨਸ਼ਾਟ ਲੈ ਲਿਓ ਵੀ ਕਿਸ ਤਰੀਕੇ ਨਾਲ ਅਸੀਂ ਇੱਥੇ ਨਿਸ਼ਾਨ ਲਗਾਏ ਹੋਏ ਨੇ। ਇਹ ਸਾਰੇ ਨਿਸ਼ਾਨ ਤੁਸੀਂ ਇਸ ਤਰੀਕੇ ਦੇ ਨਾਲ ਹੀ ਲਗਾਣੇ ਨੇ, ਤਾਂ ਜੋ ਚੈਕਰ ਨੂੰ ਆਸਾਨੀ ਹੋਵੇ ਕਿ ਤੁਸੀਂ ਕਿਹੜਾ ਸਥਾਨ ਨੂੰ ਕਿਸ ਤਰੀਕੇ ਨਾਲ ਭਰ ਰਹੇ ਹੋ। ਨੈਕਸਟ ਸਾਡੇ ਸਾਹਮਣੇ ਹੈ ਜੀ ਪਾਰਟ C ਹਿਸਟਰੀ ਦਾ। ਇਹਦੇ ਤੁਹਾਡੇ ਕੋਲ 4 ਕੁਐਸਚਨ ਹੋਣਗੇ। ਪਹਿਲੇ ਇਹ 4 ਕੁਐਸਚਨ ਤੁਹਾਡੇ ਕੋਲ 1-1 ਨੰਬਰ ਦੇ ਹੋਣਗੇ। ਫਸਟ ਆ ਸਾਡੇ ਕੋਲ ਹੈਕਟੇਅਰ ਇਜ਼ ਦਾ ਯੂਨਿਟ ਆਫ ਮੈਜ਼ਰਮੈਂਟ ਆਫ ਲੈਂਡ ਏਰੀਆ। ਕਹਿੰਦੇ ਹੈਕਟੇਅਰ ਜਿਹੜਾ ਹੈਗਾ ਇਹ ਭੂਮੀ ਨੂੰ ਨਾਪਣ ਦਾ, ਮੈਜ਼ਰਮੈਂਟ ਕਰਨ ਦਾ ਇੱਕ ਯੂਨਿਟ ਹੈ। ਬਿਲਕੁਲ ਟਰੂ ਹੈ ਜੀ। ਸੈਕਿੰਡ ਕੁਐਸਚਨ ਆਪਣੇ ਕੋਲ ਦਾ ਸਟੇਟਮੈਂਟ ਦੈਟ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਾਸ ਐਸਟੈਬਲਿਸ਼ਡ ਇਨ ਦਾ ਈਅਰ 1915 ਇਜ਼ ਕਰੈਕਟ অর ਨੋਟ। ਕਹਿੰਦੇ ਜਿਹੜੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਹੈ ਇਸ ਦੀ ਐਸਟੈਬਲਿਸ਼ਮੈਂਟ ਜਿਹੜੀ ਹੈ ਉਹ 1915 ਦੇ ਵਿੱਚ ਹੋਈ। ਇਸ ਦੀ ਸਥਾਪਨਾ ਜਿਹੜੀ ਹੈ ਉਹ 1915 ਦੇ ਵਿੱਚ ਹੋਈ। ਯੈਸ ਔਰ ਨੋਟ? ਤਾਂ ਇਹ ਹੈ ਜੀ ਆਨਸਰ ਨੋਟ, ਕਿਉਂਕਿ ਇਸ ਦੀ ਜਿਹੜੀ ਸਥਾਪਨਾ ਹੈ ਉਹ ਕਿੰਨੇ ਸਾਲ ਦੇ ਵਿੱਚ ਹੋਈ ਸੀ, 1875 ਦੇ ਵਿੱਚ ਹੋਈ ਸੀ। ਨੈਕਸਟ ਥਰਡ ਹੈ ਜੀ ਆਪਣੇ ਕੋਲ ਡਿਊ ਟੂ ਦਾ ਐਫਰਟ ਆਫ ਰਾਜਾ ਰਾਮ ਮੋਹਨ ਰਾਏ ਦਾ ਪ੍ਰੈਕਟਿਸ ਵਾਸ ਸਟਾਪਡ ਬਾਈ ਮੇਕਿੰਗ ਅ ਲਾ। ਕਹਿੰਦੇ ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਦੇ ਸਦਕਾ ਸਨ 1829 ਦੇ ਵਿੱਚ ਕਿਹੜੀ ਜਿਹੜੀ ਪ੍ਰਥਾ ਹੈ ਉਹ ਬੰਦ ਹੋਈ। ਤਾਂ ਆਨਸਰ ਹੈ ਜੀ ਇਸ ਦਾ ਸਤੀ ਪ੍ਰਥਾ। ਸਤੀ ਪ੍ਰਥਾ ਕੀ ਸੀ? ਸਤੀ ਵਾਸ ਦਾ ਪ੍ਰੈਕਟਿਸ ਆਫ ਦਾ ਇਮੋਲੇਸ਼ਨ ਆਫ ਅ ਹਿੰਦੂ ਵੂਮਨ ਔਨ ਦਾ ਡੈਥ ਆਫ ਹਰ ਹਸਬੈਂਡ ਇਨ ਹਿਸ ਫਿਊਨਰਲ ਪਲੇਅਰ। ਕਹਿੰਦੇ ਜਦੋਂ ਕਿਸੇ ਲੇਡੀ ਦਾ ਹਸਬੈਂਡ ਜਿਹੜਾ ਉਸਦੀ ਡੈਥ ਹੋ ਜਾਂਦੀ ਸੀ ਤਾਂ ਫਿਰ ਉਸ ਲੇਡੀ ਨੂੰ ਵੀ ਆਪਣੇ ਹਸਬੈਂਡ ਦੀ ਚਿਤਾ ਦੇ ਅੱਗ ਦੇ ਨਾਲ ਹੀ ਸੜਨਾ ਪੈਂਦਾ ਸੀ, ਉਸ ਨੂੰ ਇਹ ਸਤੀ ਪ੍ਰਥਾ ਕਹਿੰਦੇ ਸੀ। ਨੰਬਰ 4 ਤੇ ਹੈ ਜੀ ਆਪਣੇ ਕੋਲ ਬਾਈ ਮੇਕਿੰਗ ਅ ਲਾ ਡੈਸ਼ ਇਨ ਅ ਪ੍ਰੈਕਟਿਸ ਵਾਸ ਸਟਾਪਡ ਇਨ 1843। 1843 ਦੇ ਵਿੱਚ ਕਾਨੂੰਨ ਬਣਾ ਕੇ ਕਿਹੜੀ ਜਿਹੜੀ ਪ੍ਰਥਾ ਬੰਦ ਕਰ ਦਿੱਤੀ ਗਈ? ਤਾਂ ਆਨਸਰ ਹੈ ਜੀ ਇਸ ਦਾ ਇੰਡੀਅਨ ਸਲੇਵਰੀ। ਨੈਕਸਟ ਸਾਡੇ ਸਾਹਮਣੇ ਕੁਐਸਚਨ ਨੰਬਰ 7 ਹੈ ਜੀ। 2-2 ਨੰਬਰ ਦੇ ਕੁਐਸਚਨ ਹੋਣਗੇ ਆ ਵਾਲੇ। ਫਸਟ ਕੁਐਸਚਨ ਹੈ ਸਾਡੇ ਕੋਲ what word did ਗਾਂਧੀ ਜੀ use for the alleged low caste people and what is its meaning? ਕਹਿੰਦੇ ਗਾਂਧੀ ਜੀ ਨੇ ਲੋ ਕਾਸਟ ਪੀਪਲ ਦੇ ਲਈ ਕਿਹੜਾ ਵਰਡ ਜਿਹੜਾ ਯੂਜ਼ ਕੀਤਾ ਤੇ ਉਹਦਾ ਮਤਲਬ ਕੀ ਸੀ? ਕਹਿੰਦੇ ਹਰੀਜਨ ਵਾਸ ਦ ਟਰਮ ਯੂਜ਼ਡ ਬਾਈ ਮੋਹਨਦਾਸ ਗਾਂਧੀ। ਕਹਿੰਦੇ ਮੋਹਨਦਾਸ ਗਾਂਧੀ ਨੇ ਹਰੀਜਨ ਵਰਡ ਜਿਹੜਾ ਯੂਜ਼ ਕੀਤਾ ਟੂ ਰੈਫਰ ਟੂ ਦਾ ਕਮਿਊਨਿਟੀ ਆਫ ਦਲਿਤ। ਦਲਿਤਾਂ ਦੇ ਲਈ ਇਹ ਜਿਹੜਾ ਵਰਡ ਯੂਜ਼ ਕੀਤਾ ਸੀਗਾ। ਬਿਫੋਰ ਦੈਟ ਟਾਈਮ ਦੇ ਵਰ ਕਾਲਡ ਅਨਟੱਚੇਬਲਸ। ਕਹਿੰਦੇ ਪਹਿਲਾਂ ਉਹਨਾਂ ਨੂੰ ਅਨਟੱਚੇਬਲ ਮਤਲਬ ਕਿ ਛੂਤ-ਛਾਤ
ਕਿਹਾ ਜਾਂਦਾ ਸੀ। ਗਾਂਧੀ ਸੈਡ ਇਟ ਵਾਜ਼ ਨਾਟ ਰਾਈਟ ਟੂ ਕਾਲ ਪੀਪਲ ਅਨਟਚੇਬਲ। ਗਾਂਧੀ ਨੇ ਕਿਹਾ ਕਿ ਇਹਨਾਂ ਨੂੰ ਅਨਟਚੇਬਲ ਕਹਿਣਾ ਸਹੀ ਨਹੀਂ ਹੈ। ਐਂਡ ਸਟਾਰਟਡ ਟੂ ਰੈਫਰ ਟੂ them ਐਜ਼ ਹਰੀਜਨਸ। ਤਾਂ ਫਿਰ ਉਹਨਾਂ ਨੇ ਇਹਨਾਂ ਨੂੰ ਹਰੀਜਨ ਕਹਿਣਾ ਸਟਾਰਟ ਕਰ ਦਿੱਤਾ, which essentially mean children of God, ਜਿਸ ਦਾ ਮਤਲਬ ਕੀ ਹੁੰਦਾ ਹੈ? children of God, ਗੋਡ ਦੇ ਬੱਚੇ। ਸੈਕਿੰਡ ਨੰਬਰ ਤੇ ਹੈ ਜੀ who is considered the pioneer of civil service in India। ਕਹਿੰਦੇ ਸਿਵਲ ਸਰਵਿਸ ਦਾ ਪਿਤਾਮਾ ਕੌਣ ਸੀ, ਕਿਸਨੇ ਇੰਡੀਆ ਦੇ ਵਿੱਚ ਸਿਵਲ ਸਰਵਿਸ ਸਟਾਰਟ ਕੀਤੀ ਸੀ? ਤਾਂ ਆਨਸਰ ਹੈ ਜੀ ਇਸਦਾ ਲਾਰਡ ਕਾਰਨਵਾਲਿਸ ਇਜ਼ ਨੋਨ ਐਜ਼ ਦਾ ਫਾਦਰ ਆਫ ਇੰਡੀਅਨ ਸਿਵਲ ਸਰਵਿਸ। ਲਾਰਡ ਕਾਰਨਵਾਲਿਸ ਦਾ ਨਾਮ ਸੀ। ਨੈਕਸਟ 8 ਨੰਬਰ ਤੇ ਕੁਐਸਚਨ ਹੈ ਜੀ ਆਨਸਰ ਐਨੀ ਵਨ ਆਫ ਦਾ ਫੋਲੋਇੰਗ ਕੁਐਸਚਨ ਇਨ 50-60 ਵਰਡ। ਨੰਬਰ 1 ਤੇ ਹੈ what is the meant by regulatory act, write in detail। ਕਹਿੰਦੇ ਰੈਗੂਲੇਟਰੀ ਐਕਟ ਕੀ ਹੁੰਦਾ ਹੈ? ਨੰਬਰ 1 ਤੇ ਹੈ the English East Company passed this act in 1773 AD। ਕਹਿੰਦੇ ਇੰਗਲਿਸ਼ ਈਸਟ ਕੰਪਨੀ ਨੇ ਇਸ ਐਕਟ ਨੂੰ ਪਾਸ ਕੀਤਾ 1773 ਈਸਵੀ ਦੇ ਵਿੱਚ। ਸੈਕਿੰਡ ਨੰਬਰ ਤੇ ਹੈ by the British Parliament to control the territories of the East India Company majorly in Bengal passed this act। ਕਹਿੰਦੇ ਬ੍ਰਿਟਿਸ਼ ਪਾਰਲੀਮੈਂਟ ਨੇ ਟੈਰੀਟਰੀਜ਼ ਨੂੰ ਕੰਟਰੋਲ ਕਰਨ ਦੇ ਲਈ ਬੰਗਾਲ ਦੇ ਵਿੱਚ ਇਸ ਐਕਟ ਨੂੰ ਪਾਸ ਕੀਤਾ। ਥਰਡ ਤੇ ਆ ਗਵਰਨਰ ਜਨਰਲ ਐਂਡ ਅ ਕਾਉਂਸਲ ਆਫ 4 ਮੈਂਬਰਸ ਵਰ ਐਸਟੈਬਲਿਸ਼ਡ ਇਨ ਬੰਗਾਲ। ਕਹਿੰਦੇ ਬੰਗਾਲ ਦੇ ਵਿੱਚ ਇੱਕ ਗਵਰਨਰ ਜਨਰਲ ਤੇ ਕਾਉਂਸਲ ਆਫ 4 ਮੈਂਬਰ ਦੀ ਜਿਹੜੀ ਹੈ ਕਮੇਟੀ ਜਿਹੜੀ ਹੈ ਐਸਟੈਬਲਿਸ਼ ਕੀਤੀ ਗਈ। ਫੋਰਥ ਨੰਬਰ ਤੇ ਆ ਇਟ ਵਾਸ ਗਿਵਨ ਦਾ ਰਾਈਟ ਟੂ ਗਵਰਨ। ਕਹਿੰਦੇ ਫਿਰ ਇਹਨਾਂ ਨੂੰ ਕੀ ਕੀਤਾ ਗਿਆ? ਗਵਰਨ ਦਾ ਮਤਲਬ ਕੀ ਹੋਇਆ ਇੱਥੇ? ਰਾਜ ਕਰਨ ਦਾ ਅਧਿਕਾਰ ਦਿੱਤਾ ਗਿਆ, ਰਾਈਟ ਦਿੱਤਾ ਗਿਆ। ਨੈਕਸਟ ਹੈ ਜੀ ਆਪਣੇ ਕੋਲ ਐਕਸਪਲੇਨ ਦਾ ਸਟੇਟਸ ਆਫ ਵੂਮਨ ਇਨ ਦਾ 19th ਸੈਂਚੁਰੀ। ਆਨਸਰ ਹੈ ਜੀ ਇਸਦਾ the condition of women in the 19th century was very bad। ਕਹਿੰਦੇ 19th ਸੈਂਚੁਰੀ ਦੇ ਵਿੱਚ ਜਿਹੜੀ ਵੂਮਨ ਦੀ ਕੰਡੀਸ਼ਨ ਸੀ ਬਹੁਤ ਬੁਰੀ ਸੀ ਇਨ ਸੋਸਾਇਟੀ ਦੇ ਵਿੱਚ। as all her decision were taken by her dad। ਕਹਿੰਦੇ ਜਿਵੇਂ ਕਿ ਸਾਰੇ ਡਿਸੀਜਨ ਜਿਹੜੇ ਨੇ ਉਸਦੇ ਡੈਡ ਯਾਨੀ ਪਿਤਾ, ਬ੍ਰਦਰ, ਹਸਬੈਂਡ ਐਂਡ ਲੇਟਰ ਬਾਈ ਹਰ ਸਨ। ਕਹਿੰਦੇ ਉਸਦੇ ਜਿਹੜੇ ਡਿਸੀਜਨ ਸੀਗੇ ਉਹ ਉਸਦੇ ਡੈਡ, ਬ੍ਰਦਰ, ਹਸਬੈਂਡ ਐਂਡ ਲੇਟਰ ਬਾਈ ਹਰ ਸਨ ਮਤਲਬ ਕਿ ਬਾਅਦ ਵਿੱਚ ਉਸਦੇ ਪੁੱਤਰ ਦੁਆਰਾ ਲਏ ਜਾਂਦੇ ਸਨ। ਵੂਮਨ ਵਾਸ ਕੰਸੀਡਰਡ ਐਜ਼ ਇਮੋਸ਼ਨਲ ਐਂਡ ਵੀਕ। ਕਹਿੰਦੇ ਵੂਮਨ ਨੂੰ ਇਮੋਸ਼ਨਲ ਤੇ ਵੀਕ ਸਮਝਿਆ ਜਾਂਦਾ ਸੀ। ਦੇ ਵਰ ਨਾਟ ਅਲਾਉਡ ਟੂ ਡੂ ਐਨੀਥਿੰਗ। ਕਹਿੰਦੇ ਉਸ ਨੂੰ ਕੁਝ ਵੀ ਕਰਨ ਦੀ ਇਜਾਜ਼ਤ ਨਹੀਂ ਸੀ। ਐਂਡ ਹੈਜ਼ ਜਸਟ ਰਿਸਪੌਂਸਿਬਿਲਿਟੀ ਟੂ ਟੇਕ ਕੇਅਰ ਆਫ ਚਿਲਡਰਨ। ਕਹਿੰਦੇ ਬਸ ਉਹਦੀ ਰਿਸਪੌਂਸਿਬਿਲਿਟੀ ਜਿਹੜੀ ਸੀਗੀ ਉਹ ਕੀ ਸੀ? ਬੱਚਿਆਂ ਨੂੰ, ਚਿਲਡਰਨ ਨੂੰ ਟੇਕ ਕੇਅਰ ਕਰਨ ਦੀ। ਵਿਡੋਜ਼ ਹੈਵ ਨੋ ਰਾਈਟ ਟੂ ਲਿਵ। ਕਹਿੰਦੇ ਵਿਧਵਾਵਾਂ ਨੂੰ ਤਾਂ ਬਿਲਕੁਲ ਵੀ ਰਹਿਣ ਦਾ ਅਧਿਕਾਰ ਨਹੀਂ ਸੀ। ਐਂਡ ਵਰ ਫੋਰਸਡ ਟੂ ਸਿਟ ਔਨ ਹਰ ਹਸਬੈਂਡ ਫਿਨਰਲ। ਕਹਿੰਦੇ ਫਿਰ ਉਸਨੂੰ ਫੋਰਸ ਕੀਤਾ ਜਾਂਦਾ ਸੀ ਜਦੋਂ ਉਸਦੀ ਹਸਬੈਂਡ ਦੀ ਡੈਥ ਹੋ ਜਾਂਦੀ ਸੀ ਉਸਦੇ ਸੰਸਕਾਰ ਤੇ। ਦਿਸ ਸਿਸਟਮ ਇਜ਼ ਨੋਨ ਐਜ਼ ਸਤੀ ਸਿਸਟਮ। ਤੇ ਅਜਿਹੇ ਸਿਸਟਮ ਨੂੰ ਸਤੀ ਸਿਸਟਮ ਕਿਹਾ ਜਾਂਦਾ ਸੀ। ਨੈਕਸਟ ਹੈ ਜੀ ਆਪਣੇ ਕੋਲ ਰਾਈਟ ਨੋਟ ਬੈਟਲ ਆਫ ਪਲਾਸੀ ਮੀਨਸ ਪਲਾਸੀ ਦੀ ਲੜਾਈ ਬਾਰੇ ਦੱਸਣਾ ਤੁਸੀਂ। ਆਨਸਰ ਹੈ ਜੀ ਨੰਬਰ 1 ਤੇ ਦਾ ਬੈਟਲ ਆਫ ਪਲਾਸੀ ਵਾਸ ਫਾਊਟ ਬਿਟਵੀਨ ਸਿਰਾਜੁਦੌਲਾ ਐਂਡ ਦਾ ਬ੍ਰਿਟਿਸ਼ ਫੋਰਸਿਸ ਆਫ ਰੋਬਰਟ ਕਲਾਈਵ। ਕਹਿੰਦੇ ਜਿਹੜੀ ਪਲਾਸੀ ਦੀ ਲੜਾਈ ਹੈ ਉਹ ਬਿਟਵੀਨ ਯਾਨੀ ਕਿਸ ਦੇ ਵਿਚਕਾਰ ਹੋਈ? ਸਿਰਾਜੁਦੌਲਾ ਐਂਡ ਬ੍ਰਿਟਿਸ਼ ਫੋਰਸ ਆਫ ਰੋਬਰਟ ਕਲਾਈਵ ਦੇ ਵਿਚਕਾਰ ਹੋਈ। ਸੈਕਿੰਡ ਨੰਬਰ ਤੇ ਹੈ ਇਟ ਵਾਸ ਫਾਊਟ ਔਨ 23 ਜੂਨ 1757 ਐਟ ਪਲਾਸੀ ਨੀਅਰ ਮੁਰਸ਼ਿਦਾਬਾਦ। ਕਹਿੰਦੇ ਜਿਹੜੀ ਇਹ ਲੜਾਈ ਹੈ ਇਹ 23 ਜੂਨ 1757 ਈਸਵੀ ਨੂੰ ਪਲਾਸੀ ਦੇ ਸਥਾਨ ਤੇ ਜਿਹੜਾ ਕਿ ਮੁਰਸ਼ਿਦਾਬਾਦ ਦੇ ਨੇੜੇ ਹੈ ਉੱਥੇ ਹੋਈ। ਨੰਬਰ 3 ਤੇ ਹੈ ਦਾ ਨਵਾਬ ਆਫ ਬੰਗਾਲ ਵਾਸ ਡਿਫੀਟਡ ਇਨ ਦਿਸ ਬੈਟਲ। ਕਹਿੰਦੇ ਜਿਹੜਾ ਬੰਗਾਲ ਦਾ ਨਵਾਬ ਸੀਗਾ ਉਹ ਇਸ ਲੜਾਈ ਦੇ ਵਿੱਚ ਹਾਰ ਗਿਆ, ਡਿਫੀਟਡ ਹੋ ਗਿਆ ਮੀਨਸ ਹਾਰ ਗਿਆ। ਨੰਬਰ 4 ਤੇ ਦਾ ਬ੍ਰਿਟਿਸ਼ ਬਿਕੇਮ ਦਾ ਰੀਅਲ ਰੂਲਰਸ ਆਫ ਬੰਗਾਲ। ਕਹਿੰਦੇ ਜਿਹੜੇ ਬ੍ਰਿਟਿਸ਼ ਸੀਗੇ ਉਹ ਬੰਗਾਲ ਦੇ ਫਿਰ ਰੂਲਰ ਬਣ ਗਏ, ਰਾਜੇ ਬਣ ਗਏ। ਨੰਬਰ 5 ਤੇ ਹੈ the way of victory of India was opened for the British। ਕਹਿੰਦੇ ਬ੍ਰਿਟਿਸ਼ ਲਈ ਇੰਡੀਆ ਨੂੰ ਜਿੱਤਣ ਦੇ ਰਾਹ ਜਿਹੜੇ ਨੇ ਫਿਰ ਖੁੱਲ ਗਏ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ ਰਾਈਟ ਡਾਊਨ ਦਾ ਕਾਜ਼ਸ ਆਫ ਫੇਲਰ ਆਫ ਦਾ ਰਿਵੋਲਟ ਆਫ 1857 AD। ਕਹਿੰਦੇ 1857 ਦੇ ਵਿਦਰੋਹ ਦੇ ਫੇਲ ਹੋਣ ਦੇ ਕੀ ਕਾਰਨ ਸਨ? several reasons were responsible for the failure of the rebellion। ਕਹਿੰਦੇ ਬਹੁਤ ਜ਼ਿਆਦਾ ਰੀਜ਼ਨ ਜਿਹੜੇ ਸੀਗੇ ਉਹ ਇਸ ਵਿਦਰੋਹ ਦੇ ਫੇਲ ਹੋਣ ਦੇ ਸੀ। ਨੰਬਰ 1 ਤੇ ਕੀ ਸੀਗਾ? the date of start the revolt was fixed on 1 ਮਈ 1857। ਕਹਿੰਦੇ ਜਿਹੜੀ ਇਸ ਦੀ ਡੇਟ ਸੀ ਉਹ ਫਿਕਸਡ ਸੀ 1857 ਈਸਵੀ ਨੂੰ। but it started before its time as on 29 ਮਾਰਚ 1857। ਪਰ ਕਹਿੰਦੇ ਜਿਹੜੇ ਵਿਦਰੋਹ ਆ ਫਿਰ ਇਹ ਪਹਿਲਾਂ ਹੀ ਸਟਾਰਟ ਹੋ ਗਿਆ ਟਾਈਮ ਤੋਂ। ਸੈਕਿੰਡ ਨੰਬਰ ਤੇ there was lack of unity among the rebellion and Indian ruler।
ਕਹਿੰਦੇ ਉਹਨਾਂ ਕੋਲ ਕੀ ਸੀਗਾ, ਲੈਕ ਆਫ ਯੂਨਿਟੀ, ਏਕਤਾ ਦੀ ਕਮੀ ਸੀ, ਅਮੰਗ ਮੀਨਸ ਵਿਚਕਾਰ, ਕਿਹਦੇ ਵਿਚਕਾਰ, ਰੈਬਲਨ ਐਂਡ ਇੰਡੀਅਨ ਰੂਲਰ, ਵਿਦਰੋਹੀ ਤੇ ਜਿਹੜੇ ਇੰਡੀਅਨ ਜਿਹੜੇ ਰਾਜੇ ਸੀਗੇ ਉਹਨਾਂ ਦੇ ਵਿਚਕਾਰ ਯੂਨਿਟੀ ਦੀ ਕਮੀ ਸੀ, ਏਕਤਾ ਨਹੀਂ ਸੀ ਉਹਨਾਂ ਦੇ ਵਿੱਚ। ਨੰਬਰ 3 ਤੇ ਹੈ ਜੀ ਸਿੱਖ ਐਂਡ ਗੋਰਖਾ ਸੋਲਜਰ ਹੈਲਪਡ ਬ੍ਰਿਟਿਸ਼ਰ, ਕਹਿੰਦੇ ਜਿਹੜੇ ਸਿੱਖ ਸੀਗੇ ਤੇ ਗੋਰਖੇ ਸੀਗੇ ਉਹਨਾਂ ਨੇ ਵੀ ਬ੍ਰਿਟਿਸ਼ਰ ਦੀ ਹੈਲਪ ਕੀਤੀ। 4th ਨੰਬਰ ਤੇ ਹੈ ਦਾ ਰੈਬਲਨ ਹੈਡ ਲੈਸ ਮੀਨਸ ਵੇਅਰ ਐਸ ਦਾ ਬ੍ਰਿਟਿਸ਼ਰ ਹੈਡ ਐਡਵਾਂਸ ਵੈਪਨ, ਕਹਿੰਦੇ ਰੈਬਲੀਅਨਸ ਜਿਹੜੇ ਵਿਦਰੋਹੀ ਜਿਹੜੇ ਸੀਗੇ ਹੈਡ ਲੈਸ, ਕਹਿੰਦਾ ਉਹਨਾਂ ਕੋਲ ਲੈਸ ਜਿਹੜੇ ਨੇ ਉਹ ਵੈਪਨ ਸੀਗੇ, ਹਥਿਆਰ ਸੀਗੇ, ਕਿਹਦੇ ਨਾਲੋਂ, ਬ੍ਰਿਟਿਸ਼ਾਂ ਨਾਲੋਂ ਲੈਸ ਯਾਨੀ ਘੱਟ ਸੀਗੇ। ਬ੍ਰਿਟਿਸ਼ਰ ਕੋਲ ਕੀ ਸੀਗਾ, ਐਡਵਾਂਸ ਜਿਹੜੇ ਨੇ ਹਥਿਆਰ ਸੀਗੇ। ਨੰਬਰ 3 ਤੇ ਹੈ ਜੀ ਹਾਊ ਡੂ ਨਿਊਜ਼ਪੇਪਰ ਐਂਡ ਮੈਗਜ਼ੀਨ ਹੈਲਪ ਇਨ ਦਾ ਕ੍ਰੀਏਸ਼ਨ ਆਫ ਹਿਸਟਰੀ, ਕਹਿੰਦੇ ਨਿਊਜ਼ਪੇਪਰ ਜਿਹੜੇ ਨੇ ਤੇ ਮੈਗਜ਼ੀਨ ਨੇ ਉਹ ਕਿਵੇਂ ਹਿਸਟਰੀ ਨੂੰ ਕ੍ਰੀਏਸ਼ਨ ਕਰਨ ਦੇ ਵਿੱਚ ਹੈਲਪ ਕਰਦੇ ਨੇ। ਤਾਂ ਆਨਸਰ ਹੈ ਜੀ ਨਿਊਜ਼ਪੇਪਰ ਐਂਡ ਮੈਗਜ਼ੀਨ ਗਿਵ ਅਸ ਇਨਫੋਰਮੇਸ਼ਨ ਆਫ ਮੈਨੀ ਇੰਪੋਰਟੈਂਟ ਇਵੈਂਟ ਆਫ ਮਾਡਰਨ ਏਜ, ਕਹਿੰਦੇ ਜਿਹੜੇ ਨਿਊਜ਼ਪੇਪਰ ਐਂਡ ਮੈਗਜ਼ੀਨ ਨੇ ਇਹ ਗਿਵ ਅਸ, ਇਹ ਸਾਨੂੰ ਦਿੰਦੇ ਨੇ, ਕੀ ਦਿੰਦੇ ਨੇ ਜੀ, ਇਨਫੋਰਮੇਸ਼ਨ ਦਿੰਦੇ ਨੇ, ਮੈਨੀ ਇੰਪੋਰਟੈਂਟ ਇਵੈਂਟ ਆਫ ਮਾਡਰਨ ਏਜ, ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਇਵੈਂਟ ਜਿਹੜੀ ਘਟਨਾਵਾਂ ਦੀ ਸਾਨੂੰ ਇਨਫੋਰਮੇਸ਼ਨ ਦਿੰਦੇ ਨੇ। Newspapers can serve as useful primary sources for historical research, ਕਹਿੰਦੇ ਨਿਊਜ਼ਪੇਪਰ ਨੇ can serve as useful, ਕਹਿੰਦੇ ਸਾਡੇ ਲਈ ਯੂਸਫੁਲ ਹੋ ਸਕਦੇ ਨੇ, ਪ੍ਰਾਇਮਰੀ ਸੋਰਸ ਬਣਦੇ ਨੇ ਇਹ for historical research, ਜਦੋਂ ਅਸੀਂ ਕੋਈ ਇਤਿਹਾਸ ਦੀ ਰਿਸਰਚ ਕਰਨੀ ਹੋਵੇ ਤਾਂ ਇਹ ਸਾਡੇ ਲਈ ਪ੍ਰਾਇਮਰੀ ਸੋਰਸ ਬਣ ਜਾਂਦੇ ਨੇ। They reflect the time period in which they were created and provide a glimpse into society at that time, ਕਹਿੰਦੇ ਅਖਬਾਰਾਂ ਤੇ ਜਿਹੜੇ ਨਿਊਜ਼ਪੇਪਰ ਨੇ ਇਹ ਕੀ ਕਰਦੇ ਨੇ, ਰਿਫਲੈਕਟ ਕਰਦੇ ਨੇ, ਸਾਨੂੰ ਦੱਸਦੇ ਨੇ ਟਾਈਮ ਪੀਰੀਅਡ। ਫਰਜ਼ ਕਰੋ ਅਸੀਂ ਕਿਸੇ ਸੰਨ ਦੀ ਖੋਜ ਕਰਨੀ ਹੈ ਕਿ ਅਸੀਂ 1947 ਦੇ ਵਿੱਚ ਕੀ ਹੋਇਆ ਸੀ, ਤਾਂ ਅਸੀਂ ਫਿਰ 1947 ਦਾ ਨਿਊਜ਼ਪੇਪਰ ਨੂੰ ਫਾਈਂਡ ਕਰਾਂਗੇ ਤੇ ਨਿਊਜ਼ਪੇਪਰ ਦੇ ਵਿੱਚ ਦੇਖਾਂਗੇ ਕਿ ਉਸ ਦੌਰਾਨ ਕਿਹੜੀ ਖਬਰ ਜਿਹੜੀ ਅਖਬਾਰ ਦੇ ਵਿੱਚ ਲੱਗੀ ਸੀ। Though some local newspaper are available digitally also, ਕਹਿੰਦੇ ਹੁਣ ਜਿਹੜੇ ਨੇ ਉਹ ਡਿਜੀਟਲੀ ਪੇਪਰ ਵੀ ਸਾਡੇ ਕੋਲ ਅਵੇਲੇਬਲ ਨੇ। This way they are helpful in writing history, ਕਹਿੰਦੇ ਇਸ ਕਰਕੇ ਕੀ ਆ ਫਿਰ ਇਹ ਸਾਡੇ ਲਈ ਹੈਲਪਫੁਲ ਹੁੰਦੇ ਨੇ ਹਿਸਟਰੀ ਨੂੰ ਲਿਖਣ ਦੇ ਲਈ, ਇਤਿਹਾਸ ਨੂੰ ਰਚਣ ਦੇ ਲਈ। ਨੈਕਸਟ ਕੁਐਸਚਨ ਹੈ ਜੀ ਔਰ ਇਸ ਦੇ ਵਿੱਚ ਵੀ ਕੋਈ ਤੁਸੀਂ ਉਹ ਕਰ ਸਕਦੇ ਹੋ ਜਾਂ ਇਹ ਕਰ ਸਕਦੇ ਹੋ, what were the effect of western education system on India, ਕਹਿੰਦੇ ਪੱਛਮੀ ਜਿਹੜੀ ਵੈਸਟਰਨ ਐਜੂਕੇਸ਼ਨ ਹੈ, ਪੱਛਮੀ ਐਜੂਕੇਸ਼ਨ ਹੈ, ਉਸ ਦਾ ਭਾਰਤ ਦੇ ਸਿਸਟਮ ਤੇ ਕੀ ਇਫੈਕਟ ਪਿਆ, ਕੀ ਪ੍ਰਭਾਵ ਪਿਆ। ਤਾਂ ਆਨਸਰ ਹੈ ਜੀ ਨੰਬਰ 1 ਇੰਗਲਿਸ਼ ਬਿਕੇਮ ਕਾਮਨ ਲੈਂਗੁਏਜ, ਕਹਿੰਦੇ ਇੰਗਲਿਸ਼ ਜਿਹੜੀ ਆ ਕਾਮਨ ਲੈਂਗੁਏਜ ਬਣ ਗਈ ਸਾਰਿਆਂ ਦੇ ਵਿੱਚ। ਸੈਕਿੰਡ ਨੰਬਰ ਤੇ ਮਿਨਿਸਟਰੀਅਲ ਕਲਚਰ ਕੇਮ ਇਨ ਐਕਸਰਸਾਈਜ਼ ਇਨ ਇੰਡੀਆ, ਕਹਿੰਦੇ ਜਿਹੜਾ ਮਿਨਿਸਟਰੀਅਲ ਕਲਚਰ ਹੈ ਉਹ ਇੰਡੀਆ ਦੇ ਵਿੱਚ ਵੀ ਆ ਗਿਆ। ਨੰਬਰ 3 ਤੇ ਡਿਊ ਟੂ ਐਕਸਪੈਂਸਿਵ ਐਜੂਕੇਸ਼ਨ, ਕਹਿੰਦੇ ਬਹੁਤ ਮਹਿੰਗੀ ਐਜੂਕੇਸ਼ਨ ਹੋਣ ਕਰਕੇ ਜਿਹੜੀ ਮੋਸਟ ਆਫ ਦਾ ਇੰਡੀਅਨਸ ਰਿਮੇਨਡ ਇਲਿਟਰੇਟ, ਕਹਿੰਦੇ ਜਿਹੜੇ ਕਾਫੀ ਜ਼ਿਆਦਾ ਜਿਹੜੇ ਫਿਰ ਭਾਰਤੀ ਸੀਗੇ ਉਹ ਇਲਿਟਰੇਟ ਮੀਨਸ ਅਨਪੜ੍ਹ ਰਹਿ ਗਏ। 4th ਨੰਬਰ ਤੇ ਇੰਡੀਅਨ ਲੈਂਗੁਏਜ ਕੁਡ ਨੋਟ ਡਿਵੈਲਪ, ਕਹਿੰਦੇ ਜਿਹੜੇ ਭਾਰਤੀ ਲੈਂਗੁਏਜ ਸੀਗੀ ਉਹ ਡਿਵੈਲਪ ਯਾਨੀ ਇਸਦਾ ਵਿਕਾਸ ਨਹੀਂ ਹੋ ਸਕਿਆ। 5th ਨੰਬਰ ਤੇ ਸੁਪਰਸਟੀਸ਼ਨ ਕੁਡ ਬੀ ਰਿਮੂਵਡ ਫਰੋਮ ਸੋਸਾਇਟੀ, ਕਹਿੰਦਾ ਅੰਧ ਵਿਸ਼ਵਾਸ ਜਿਹੜਾ ਹੈਗਾ ਉਹ ਸੋਸਾਇਟੀ ਦੇ ਵਿੱਚੋਂ ਗਾਇਬ ਹੋਣਾ ਸ਼ੁਰੂ ਹੋ ਗਿਆ। ਨੰਬਰ 6 ਤੇ ਇੰਡੀਅਨ ਸਟੱਡੀ ਦਾ ਹਿਸਟਰੀ ਆਫ ਅਦਰ ਕੰਟਰੀਜ਼ ਐਂਡ ਕੰਟਰੀਬਿਊਟਿਡ ਇਨ ਦਾ ਇੰਡੀਪੈਂਡੈਂਸ ਆਫ ਇੰਡੀਆ, ਕਹਿੰਦਾ ਇੰਡੀਅਨਸ ਨੇ ਫਿਰ ਸਟੱਡੀ ਕੀਤੀ ਹਿਸਟਰੀ ਆਫ ਅਦਰ ਕੰਟਰੀਜ਼, ਦੂਜੀ ਕੰਟਰੀਆਂ ਦੀ ਹਿਸਟਰੀ ਦੀ, ਐਂਡ ਕੰਟਰੀਬਿਊਟ ਇਨ ਦਾ ਇੰਡੀਪੈਂਡੈਂਸ ਆਫ ਇੰਡੀਆ, ਤੇ ਇਸਨੇ ਫਿਰ ਕੰਟਰੀਬਿਊਟ ਕੀਤਾ ਇੰਡੀਆ ਦੇ ਇੰਡੀਪੈਂਡੈਂਸ ਹੋਣ ਦੇ ਵਿੱਚ, ਸੁਤੰਤਰਤਾ ਆਜ਼ਾਦੀ ਦਿਵਾਉਣ ਦੇ ਵਿੱਚ। 7th ਨੰਬਰ ਤੇ ਆ ਨਿਊ ਸੋਸ਼ਲ ਐਂਡ ਰਿਲੀਜੀਅਸ ਰਿਫਾਰਮਸ ਇਮਰਜਡ ਸੂਨ ਆਫਟਰ, ਕਹਿੰਦੇ ਨਵੇਂ ਜਿਹੜੇ ਨੇ ਸਮਾਜਿਕ ਅਤੇ ਧਾਰਮਿਕ ਜਿਹੜੀ ਰਿਫਾਰਮਸ ਯਾਨੀ ਅੰਦੋਲਨ ਜਿਹੜੇ ਸੀਗੇ, ਰਿਫਾਰਮਸ ਮੀਨਸ ਅੰਦੋਲਨ, ਉਹ ਇਮਰਜਡ ਹੋਏ, ਸਾਹਮਣੇ ਆਏ। 4th ਨੰਬਰ ਤੇ ਕੁਐਸਚਨ ਹੈ ਰਾਈਟ ਅ ਨੋਟ ਔਨ ਦਾ ਨੀਲ ਰੈਬਲਨ, ਨੀਲ ਵਿਦਰੋਹ ਦੇ ਬਾਰੇ ਨੋਟ ਲਿਖਣਾ ਤੁਸੀਂ। The Indigo Rebellion ਨੀਲ ਵਿਦਰੋਹ took place in Bengal in 1859-60, ਕਹਿੰਦਾ ਜਿਹੜਾ ਨੀਲ ਦਾ ਵਿਦਰੋਹ ਹੈ ਬੰਗਾਲ ਦੀ ਜਗ੍ਹਾ ਤੇ 1859-60 ਦੇ ਵਿੱਚ ਹੋਇਆ। The indigo cultivator revolted against the increased tax on indigo, ਕਹਿੰਦਾ ਇਹ ਇੰਡੀਗੋ ਜਿਹੜਾ ਕਲਟੀਵੇਟਰ ਸੀਗੇ ਇਹ ਅਗੇਂਸਟ ਸੀ ਕਿਸ ਦੇ, increased tax of indigo, ਇੰਡੀਗੋ ਤੇ ਲੱਗਿਆ ਗਿਆ ਟੈਕਸ ਜਿਹੜਾ ਵੱਧ ਗਿਆ ਸੀ। when they were forced to cultivate indigo, ਕਹਿੰਦੇ ਜਦੋਂ ਉਹਨਾਂ ਨੂੰ ਇੰਡੀਗੋ ਕਲਟੀਵੇਟ ਕਰਨ ਦੇ ਲਈ ਫੋਰਸ ਕੀਤਾ ਗਿਆ, they started attacking and looting factories of the British planters, ਤਾਂ ਕਹਿੰਦੇ ਉਹਨਾਂ ਨੇ ਅਟੈਕ ਕਰਨਾ ਸਟਾਰਟ ਕਰ ਦਿੱਤਾ, ਲੁੱਟਣਾ ਸ਼ੁਰੂ ਕਰ ਦਿੱਤਾ
ਬ੍ਰਿਟਿਸ਼ ਦੀਆਂ ਫੈਕਟਰੀਆਂ ਨੂੰ। ਇਨ 20th century MK ਗਾਂਧੀ gave his support favor of indigo cultivator। ਕਹਿੰਦੇ 20th century ਦੇ ਵਿੱਚ ਫਿਰ ਮੋਹਨਦਾਸ ਕਰਮਚੰਦ ਗਾਂਧੀ ਨੇ ਇੰਡੀਗੋ ਕਲਟੀਵੇਟਰਾਂ ਨੂੰ ਆਪਣੀ ਫੇਵਰ ਦਿੱਤੀ। ਔਰ ਇਸ ਦੇ ਵਿੱਚ ਕੁਐਸਚਨ when were and who started the ਨਾਮਧਾਰੀ ਮੂਵਮੈਂਟ। ਕਹਿੰਦੇ ਕਦੋਂ, ਕਿਸਨੇ ਤੇ ਕਿੱਥੇ ਜਿਹੜੀ ਨਾਮਧਾਰੀ ਮੂਵਮੈਂਟ ਉਹ ਸਟਾਰਟ ਕੀਤੀ। ਕਹਿੰਦੇ ਸਤਿਗੁਰੂ ਰਾਮ ਸਿੰਘ son of a poor carpenter who was born in a small village of ਭੈਣੀ around 7 kilometer away from ਲੁਧਿਆਣਾ founded the ਨਾਮਧਾਰੀ। ਕਹਿੰਦੇ ਸਤਿਗੁਰੂ ਰਾਮ ਸਿੰਘ ਜਿਹੜੇ ਸੀਗੇ ਇਹ ਬਹੁਤ ਹੀ ਪੂਅਰ ਕਾਰਪੈਂਟਰ ਦੇ ਪੁੱਤਰ ਸਨ। who was born in small village of ਭੈਣੀ। ਕਹਿੰਦੇ ਜਿਹੜੇ ਭੈਣੀ ਪਿੰਡ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। around 7 kilometer away from ਲੁਧਿਆਣਾ, ਜਿਹੜਾ ਲੁਧਿਆਣੇ ਤੋਂ 7 ਕਿਲੋਮੀਟਰ ਦੀ ਦੂਰੀ ਤੇ ਹੈ। founded the ਨਾਮਧਾਰੀ ਸੈਕਟ, ਜਿਨ੍ਹਾਂ ਨੇ ਨਾਮਧਾਰੀ ਲਹਿਰ ਦੀ ਜਿਹੜੀ ਹੈ ਉਹ ਸਥਾਪਨਾ ਕੀਤੀ 12 ਅਪ੍ਰੈਲ 1857 ਈਸਵੀ ਨੂੰ ਐਟ ਭੈਣੀ ਸਾਹਿਬ ਵਿਖੇ। he asked his followers to boycott everything which bore the stamp of the British government। ਕਹਿੰਦੇ ਉਹਨਾਂ ਨੇ ਆਪਣੇ ਫੋਲੋਅਰਸ ਨੂੰ, ਆਪਣੇ ਜਿਹੜੇ ਚੇਲਿਆਂ ਨੂੰ ਬਾਇਕਾਟ ਕਰਨ ਦੇ ਲਈ ਕਿਹਾ। ਐਵਰੀਥਿੰਗ ਜਿਹੜੀ ਕਿ ਬ੍ਰਿਟਿਸ਼ ਗਵਰਨਮੈਂਟ ਦੇ ਦੁਆਰਾ ਸਟੈਂਪ ਕੀਤੀ ਜਾਂਦੀ ਸੀ, ਉਹ ਹਰ ਇੱਕ ਚੀਜ਼ ਦਾ ਬਾਇਕਾਟ ਕਰਨ ਲਈ ਕਿਹਾ ਗਿਆ। ਨਾਮਧਾਰੀ ਆਲਸੋ ਨੋਨ ਐਜ਼ ਕੂਕਾ ਮੂਵਮੈਂਟ। ਕਹਿੰਦੇ ਨਾਮਧਾਰੀਆਂ ਨੂੰ ਕੂਕਾ ਮੂਵਮੈਂਟ ਨਾਲ ਵੀ ਜਾਣਿਆ ਜਾਂਦਾ ਹੈ। The Namdharis believe that Satguru Balak Singh Ji, whom Satguru with the traditional round white turban on top, they have their own distinct identity। ਕਹਿੰਦੇ ਨਾਮਧਾਰੀ ਜਿਹੜੇ ਨੇ ਇਹ ਟੌਪ ਤੇ ਵਾਈਟ ਟਰਬਨ ਪਹਿਨਦੇ ਨੇ ਤੇ ਇਹ ਇਹਨਾਂ ਦੀ ਆਪਣੀ ਹੀ ਵੱਖਰੀ ਆਇਡੈਂਟੀ ਹੈ। ਪਾਰਟ ਸੀ ਦੇ ਵਿੱਚ ਆਪਣੇ ਕੋਲ ਹੈ ਜੀ ਸਿਵਲ ਸਾਇੰਸਿਸ। ਫਸਟ ਨੰਬਰ ਤੇ ਹੈ ਪ੍ਰਿੰਬਲ ਇਜ਼ ਐਟ ਦਾ ਐਂਡ ਆਫ ਦਾ ਕਨਸਟੀਟਿਊਸ਼ਨ ਆਫ ਇੰਡੀਅਨ ਸਟੇਟਮੈਂਟ। ਕਹਿੰਦੇ ਜਿਹੜੀ ਪ੍ਰਸਤਾਵਨਾ ਹੈ ਉਹ ਇੰਡੀਅਨ ਸੰਵਿਧਾਨ ਦੇ ਲਾਸਟ ਦੇ ਵਿੱਚ ਆਉਂਦੀ ਹੈ। ਟਰੂ ਹੈ ਜਾਂ ਫਾਲਸ ਹੈ? ਇਹ ਫਾਲਸ ਹੈ ਜੀ। ਸੈਕਿੰਡ ਤੇ ਹੈ ਰਾਈਟ ਟੂ ਐਜੂਕੇਸ਼ਨ ਇਜ਼ ਅ ਫੰਡਾਮੈਂਟਲ ਰਾਈਟ ਸਟੇਟਮੈਂਟ। ਟਰੂ ਔਰ ਫਾਲਸ? ਬਿਲਕੁਲ ਟਰੂ ਹੈ ਜੀ। ਨੰਬਰ 3 ਤੇ ਹੈ ਫਾਈਨੈਂਸ ਬਿੱਲ ਇਜ਼ ਇੰਟਰੋਡਿਊਸਡ ਓਨਲੀ ਇਨ ਦਾ ਡੈਸ਼ ਹਾਊਸ, ਲੋਕ ਸਭਾ ਹਾਊਸ। ਫੋਰਥ ਨੰਬਰ ਤੇ ਹੈ ਡੈਸ਼ ਵਾਸ ਦਾ ਫਸਟ ਪ੍ਰੈਜ਼ੀਡੈਂਟ ਆਫ ਇੰਡੀਆ। ਕੌਣ ਸੀਗਾ ਫਸਟ ਪ੍ਰੈਜ਼ੀਡੈਂਟ ਆਫ ਇੰਡੀਆ ਦਾ? ਡਾਕਟਰ ਰਜਿੰਦਰਾ ਪ੍ਰਸਾਦ। ਫਸਟ ਨੰਬਰ ਤੇ ਕੁਐਸਚਨ ਹੈ ਵਾਟ ਇਜ਼ ਦਾ ਇੰਪੋਰਟੈਂਸ ਆਫ ਲਾ। ਲਾ ਇਜ਼ ਫਰੋਮ ਦਾ ਇੰਗਲਿਸ਼ ਵਰਡ ਲਾ। The role of law is very important। ਕਹਿੰਦੇ ਕਾਨੂੰਨ ਦਾ ਜਿਹੜਾ ਰੋਲ ਹੈ ਬਹੁਤ ਜ਼ਿਆਦਾ ਮਹੱਤਵਪੂਰਨ ਹੈ। Law is required to lead a civic life। ਲਾ ਜਿਹੜਾ ਜ਼ਰੂਰੀ ਹੈ ਇਹ ਆਮ ਜ਼ਿੰਦਗੀ ਜਿਉਣ ਦੇ ਲਈ। We need law to control any organization। ਕਹਿੰਦੇ ਸਾਨੂੰ ਜ਼ਰੂਰਤ ਹੈ ਲਾ ਦੀ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਕੰਟਰੋਲ ਕਰਨ ਦੇ ਲਈ। ਸੈਕਿੰਡ ਨੰਬਰ ਤੇ ਹੈ ਜੀ ਬਾਈ ਵਿਚ ਰੂਲ ਹੈਜ਼ ਦਾ ਅਨਟਚੇਬਿਲਟੀ ਬੀਨ ਡਨ ਅਵੇ ਵਿਦ। ਕਹਿੰਦੇ ਵੀ ਕਿਹੜਾ ਰੂਲ ਹੈ ਜਾਂ ਕਿਹੜਾ ਆਰਟੀਕਲ ਹੈ ਜਿਹੜਾ ਅਨਟਚੇਬਿਲਟੀ ਨੂੰ ਸ਼ੋ ਕਰਦਾ ਹੈ, ਉਹ ਕਿਹੜਾ ਜੀ? ਆਰਟੀਕਲ 17। ਨੈਕਸਟ ਹੈ ਜੀ ਆਪਣੇ ਕੋਲ ਹਾਊ ਵਾਸ ਦਾ ਕਨਸਟੀਟਿਊਸ਼ਨ ਆਫ ਇੰਡੀਆ ਫਰੇਮਡ। ਆਨਸਰ ਹੈ ਜੀ ਦਾ 7 ਮੈਂਬਰ ਕਮੇਟੀ ਵਾਸ ਫਰੇਮਡ ਅੰਡਰ ਦਾ ਲੀਡਰਸ਼ਿਪ ਆਫ ਡਾਕਟਰ BR ਅੰਬੇਦਕਰ to form constitution। next ਫਸਟ ਨੰਬਰ ਤੇ ਹੈ ਜੀ how was the constitution of India framed। ਕਹਿੰਦੇ ਇੰਡੀਆ ਦਾ ਜਿਹੜਾ ਸੰਵਿਧਾਨ ਹੈ ਉਹ ਕਿਵੇਂ ਤਿਆਰ ਕੀਤਾ ਗਿਆ? ਆਨਸਰ ਹੈ ਜੀ a 7 member committee was framed under the leadership of Dr. BR ਅੰਬੇਦਕਰ to form constitution। ਕਹਿੰਦੇ constitution ਨੂੰ ਫਾਰਮ ਦੇ ਵਿੱਚ ਲਿਆਉਣ ਲਈ ਇੱਕ 7 ਮੈਂਬਰ ਜਿਹੜੀ ਕਮੇਟੀ ਬਣਾਈ ਗਈ। ਕਿਸ ਦੀ ਲੀਡਰਸ਼ਿਪ ਦੇ ਅਧੀਨ? ਡਾਕਟਰ BR ਅੰਬੇਦਕਰ ਦੇ ਅਧੀਨ ਜਿਹੜੀ ਹੈ ਇੱਕ ਕਮੇਟੀ ਬਣਾ ਕੇ ਇਸ ਨੂੰ ਤਿਆਰ ਕਰਨਾ ਸਟਾਰਟ ਕੀਤਾ ਗਿਆ। This committee studied and borrowed many principles from the constitution of other countries। ਕਹਿੰਦੇ ਇਸ ਕਮੇਟੀ ਨੇ ਸਟੱਡੀ ਕਰਨੀ ਸਟਾਰਟ ਕੀਤੀ and borrowed many principles from the constitution of other countries। ਤੇ ਕੁਝ ਦੂਜੀ ਕੰਟਰੀਆਂ ਦੇ ਸੰਵਿਧਾਨ ਤੋਂ ਵੀ, ਕੰਸਟੀਟਿਊਸ਼ਨ ਤੋਂ ਵੀ ਇਹਨਾਂ ਨੇ ਕਾਫੀ ਜ਼ਿਆਦਾ ਪ੍ਰਿੰਸੀਪਲ ਜਿਹੜੇ ਨੇ ਉਹ ਆਪਣੇ ਸੰਵਿਧਾਨ ਦੇ ਵਿੱਚ ਐਡ ਕੀਤੇ। It took 2 years, 11 months and 18 days to complete the Indian Constitution। ਕਹਿੰਦੇ ਇਸ ਨੂੰ ਕੰਪਲੀਟ ਕਰਨ ਦੇ ਲਈ 2 ਸਾਲ 11 ਮਹੀਨੇ ਤੇ 18 ਦਿਨ ਲੱਗੇ। ਨੈਕਸਟ ਔਰ ਦੇ ਵਿੱਚ ਹੈ ਜੀ ਆਪਣੇ ਕੋਲ ਫਸਟ ਕੁਐਸਚਨ what is the effect of casteism and democracy of India। ਦਾ ਆਨਸਰ ਹੈ ਜੀ ਆਪਣੇ ਕੋਲ ਨੰਬਰ 1 ਤੇ ਪੋਲੀਟੀਕਲ ਪਾਰਟੀਜ਼ ਆਰ ਬੀਇੰਗ ਫਾਰਮਡ ਔਨ ਦਾ ਬੇਸਿਸ ਆਫ ਕਾਸਟ। ਕਹਿੰਦੇ ਜਿਹੜੇ ਪੋਲੀਟੀਕਲ ਪਾਰਟੀਆਂ ਸੀਗੀਆਂ ਉਹ ਕਾਸਟ ਦੇ ਬੇਸ ਤੇ ਫਾਰਮ ਹੋਣੀ ਸ਼ੁਰੂ ਹੋ ਗਈਆਂ, ਬਣਨੀਆਂ ਸ਼ੁਰੂ ਹੋ ਗਈਆਂ। ਨੰਬਰ 2 ਤੇ ਵੋਟਸ ਆਰ ਆਲਸੋ ਡਿਮਾਂਡਡ ਡਿਊਰਿੰਗ ਇਲੈਕਸ਼ਨ ਔਨ ਦਾ ਬੇਸਿਸ ਆਫ ਕਾਸਟ। ਕਹਿੰਦੇ ਵੋਟਸ ਜਿਹੜੇ ਸੀਗੇ ਉਹ ਡਿਮਾਂਡ ਹੋਣ ਲੱਗ ਗਈ ਉਹਨਾਂ ਦੀ ਇਲੈਕਸ਼ਨ ਦੇ ਦੌਰਾਨ ਬੇਸਿਸ ਆਫ ਕਾਸਟ, ਯਾਨੀ ਕਾਸਟ ਦੇ ਆਧਾਰ ਤੇ ਜਿਹੜੀ ਹੈ ਉਹ ਵੋਟ ਦੀ ਡਿਮਾਂਡ ਹੋਣ ਲੱਗ ਗਈ। ਜਿਵੇਂ ਅੱਜ ਵੀ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਹਾਂ ਕਿ ਜੇ ਕੋਈ ਆਪਣੀ ਕਾਸਟ ਦਾ ਖੜਾ ਤੇ ਅਸੀਂ ਉਸੇ ਕਾਸਟ ਨੂੰ, ਆਪਣੀ ਕਾਸਟ ਵਾਲੇ ਬੰਦੇ ਨੂੰ ਹੀ ਵੋਟ ਪਾਉਂਦੇ ਆ। ਨੰਬਰ 3 ਤੇ ਹੈ ਜੀ ਵਾਇਲੈਂਸ ਐਂਡ ਰਾਈਟਸ ਆਰ ਕੋਜ਼ਡ ਔਨ ਦਾ ਬੇਸਿਸ ਆਫ ਕਾਸਟ।
ਕਹਿੰਦੇ ਵਾਇਲੈਂਸ ਕੀ ਆ, ਹਿੰਸਾ ਸਟਾਰਟ ਹੋ ਗਈ, ਦੰਗੇ ਸਟਾਰਟ ਹੋ ਗਏ, ਕਿਸ ਦੇ ਕਾਰਨ, ਕਾਸਟ ਦੇ ਬੇਸ ਤੇ ਹੀ ਦੰਗੇ ਹੋਣੇ ਤੇ ਵਾਇਲੈਂਸ ਹੋਣੀ ਸਟਾਰਟ ਹੋ ਗਈ। ਨੈਕਸਟ ਸੈਕਿੰਡ ਨੰਬਰ ਤੇ ਹੈ ਜੀ what fundamental rights are included in the constitution, ਕਹਿੰਦੇ ਕਿਹੜਾ ਫੰਡਾਮੈਂਟਲ ਰਾਈਟ ਜਿਹੜੇ ਨੇ ਉਹ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤੇ ਗਏ। ਆਨਸਰ ਹੈ ਜੀ ਆਪਣੇ ਕੋਲ ਫਸਟ ਫੰਡਾਮੈਂਟਲ ਕੀ ਹੈ, ਰਾਈਟ ਟੂ ਇਕੁਐਲਿਟੀ, ਬਰਾਬਰਤਾ ਦਾ ਅਧਿਕਾਰ। ਨੰਬਰ ਸੈਕਿੰਡ ਤੇ ਹੈ ਰਾਈਟ ਆਫ ਫਰੀडम, ਆਜ਼ਾਦੀ ਦਾ ਅਧਿਕਾਰ। ਨੰਬਰ 3 ਤੇ ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਨੰਬਰ 4 ਤੇ ਰਾਈਟ ਆਫ ਰਿਲੀਜੀਅਨ ਫਰੀडम, ਧਰਮ ਦੀ ਆਜ਼ਾਦੀ ਦਾ ਅਧਿਕਾਰ। ਨੰਬਰ 5 ਤੇ ਕਲਚਰ ਐਂਡ ਐਜੂਕੇਸ਼ਨਲ ਰਾਈਟਸ, ਪੜ੍ਹਨ ਦਾ ਅਧਿਕਾਰ। ਨੰਬਰ 6 ਤੇ ਰਾਈਟ ਟੂ ਕੰਸਟੀਟਿਊਸ਼ਨਲ ਰੈਮੀਡੀਜ਼। 4 ਦੇ ਵਿੱਚ ਹੈ ਜੀ ਆਪਣੇ ਕੋਲ ਕੁਐਸਚਨ ਵਾਟ ਆਰ ਕ੍ਰਿਮੀਨਲ ਕੇਸਿਸ, ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਸਿਵਲ ਐਂਡ ਕ੍ਰਿਮੀਨਲ ਕੇਸਿਸ। ਕਹਿੰਦੇ ਕ੍ਰਿਮੀਨਲ ਕੇਸਿਸ ਕੀ ਨੇ, ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਸਿਵਲ ਐਂਡ ਕ੍ਰਿਮੀਨਲ ਕੇਸਿਸ। ਕ੍ਰਿਮੀਨਲ ਕੇਸਿਸ ਤੇ ਸਿਵਲ ਕੇਸਿਸ ਦੇ ਵਿੱਚ ਕੀ ਡਿਫਰੈਂਸ ਹੈ। तो क्रिमिनल केसेस किहड़े हुंदे ने, these cases are related to fights, कहंदे ਉਹ केसेस ਜਿਹੜੇ फाइट ਦੇ ਨਾਲ ਰਿਲੇਟ ਹੋਣ, ਡਿਸਪਿਊਟ ਝਗੜਿਆਂ ਨਾਲ ਰਿਲੇਟ ਹੋਣ, ਐਂਡ ਕ੍ਰਿਮੀਨਲ ਐਕਟੀਵਿਟੀ ਤੇ ਕੋਈ ਅਪਰਾਧਿਕ ਮਾਮਲਿਆਂ ਦੇ ਨਾਲ ਰਿਲੇਟ ਹੋਵੇ। ਇਫ देयर इज अ ਫਿਜ਼ੀਕਲ ਇੰਜਰੀ, ਕਹਿੰਦੇ ਜੇ ਕੋਈ ਫਿਜ਼ੀਕਲ ਇੰਜਰੀ ਹੋ ਜਾਵੇ, ਡੈਮੇਜ ਟੂ ਐਨੀ ਪਾਰਟ ਆਫ ਦਾ ਬੋਡੀ ਦਾ ਕੋਈ ਪਾਰਟ ਜਿਹੜਾ ਉਹ ਡੈਮੇਜ ਹੋ ਜਾਵੇ, ਸੱਚ ਕੇਸਿਸ ਆਰ ਕੰਸੀਡਰਡ ਐਜ਼ ਕ੍ਰਿਮੀਨਲ, ਤਾਂ ਜਿਹੇ ਕੇਸਾਂ ਨੂੰ ਅਸੀਂ ਕ੍ਰਿਮੀਨਲ ਕੇਸ ਕਹਿੰਦੇ ਹਾਂ। ਸੈਕਿੰਡ ਤੇ ਹੈ ਜੀ ਸਿਵਲ ਕੇਸਿਸ, ਦ ਕੇਸਿਸ ਰਿਲੇਟਡ ਟੂ ਕਾਮਨ ਪੀਪਲ ਆਰ ਕਾਲਡ ਸਿਵਲ ਕੇਸਿਸ, ਕਹਿੰਦੇ ਉਹ ਕੇਸਿਸ ਜਿਹੜੇ ਆਮ ਲੋਕਾਂ ਦੇ ਨਾਲ ਰਿਲੇਟ ਹੋਣ ਉਹਨਾਂ ਨੂੰ ਸਿਵਲ ਕੇਸਿਸ ਕਹਿੰਦੇ ਹਾਂ। ਇਸ਼ੂ ਰਿਲੇਟਡ ਟੂ ਫੰਡਾਮੈਂਟਲ ਰਾਈਟਸ, ਕਹਿੰਦੇ ਜਿਹੜੇ ਫੰਡਾਮੈਂਟਲ ਰਾਈਟ ਦੇ ਨਾਲ ਕੋਈ ਇਸ਼ੂ ਕ੍ਰੀਏਟ ਹੋਇਆ ਹੋਵੇ, ਮੈਰਿਜ ਵਿਆਹ ਦੇ ਸੰਬੰਧਿਤ ਕੋਈ ਕੇਸ ਹੋਵੇ, ਡਿਵੋਰਸ ਦੇ ਸੰਬੰਧਿਤ ਹੋਵੇ, ਪ੍ਰਾਪਰਟੀ ਦੇ ਸੰਬੰਧਿਤ ਹੋਵੇ, ਲੈਂਡ ਡਿਸਪਿਊਟ ਮਤਲਬ ਕਿ ਜ਼ਮੀਨ ਦੇ ਝਗੜੇ ਦੇ ਸੰਬੰਧੀ ਕੋਈ ਕੇਸ ਹੋਵੇ, ਐਟਸੈਟਰਾ ਆਰ ਕਵਰਡ ਇਨ these cases। ਅਜਿਹੇ ਕੇਸਿਸ ਜਿਹੜੇ ਨੇ ਉਹ ਸਿਵਲ ਕੇਸਿਸ ਦੇ ਵਿੱਚ ਹੀ ਸ਼ਾਮਲ ਕੀਤੇ ਜਾਂਦੇ ਨੇ।